ਮੇਰੇ ਸਾਲੇ ਦੀ ਕੁੜੀ ਵਿਆਹੀ ਸੀ ਤੇ ਉਹਨਾਂ ਨੇ ਦੱਸਿਆ ਵੀ ਸਾਡੇ ਲਾਗੇ ਕੋਈ ਕੁੜੀ ਹੈ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸਾਡੀ ਕੁੜੀ ਨਾਲ ਮੁੰਡੇ ਦਾ ਵਿਆਹ ਕਰਾ ਕੇ ਤੇ ਬਾਹਰ ਭੇਜ ਦਿਓ। 15 ਦਿਨਾਂ ਦੇ ਵਿੱਚ ਜੀ ਜਿਹੜਾ ਮੈਰਿਜ ਡਿਕਲੇਅਰ ਹੋ ਗਈ, ਟਿਪੜੇ ਛਿਪੜੇ ਮਿਲਾ ਕੇ ਤੇ ਜੋ ਵੀ ਮੈਰਿਜ ਡਿਕਲੇਅਰ ਹੋਣ ਤੋਂ ਬਾਅਦ ਅਸੀਂ ਜੀ ਤਕਰੀਬਨ ਸਾਰਾ ਖਰਚਾ ਕੀਤਾ। ਪਹਿਲਾਂ ਮੈਨੂੰ ਇਹ ਦੱਸ ਦਿਓ ਇਹ ਰਿਸ਼ਤਾ ਵਿਗੜਿਆ ਕਿਵੇਂ ਸਾਰਾ? ਇਹ ਰਿਸ਼ਤਾ ਇੱਦਾਂ ਵਿਗੜਿਆ ਸਰ, ਇਹ ਨਾ ਪਹਿਲੇ ਬੋਟੀ ਦਾ ਅਸੀਂ ਆਈਲੈਟ ਕਰਾਉਣ ਲੱਗੇ ਆ, 2 ਵਾਰ ਮਕੇਰੀਓਂ ਆਈਲੈਟਸ ਕਰਾਉਣ ਲਿਆ, ਬੋਟੀ ਨੂੰ ਆਉਂਦਾ ਕੱਖ ਨਹੀਂ, ਇਹਦੇ ਕੋਲ ਆਈਲੈਟਸ ਨਹੀਂ ਹੋਈ। ਉਹਦੇ ਬਾਅਦ 'ਚ ਅਸੀਂ ਵਿਦਆਊਟ ਆਈਲੈਟਸ ਦੋਨਾਂ ਦੀ ਨਿਊਜ਼ੀਲੈਂਡ ਲਈ ਫਾਈਲ ਲਾਈ ਆ, ਜਿੱਥੋਂ ਕਿ ਸਪੌਂਸਰ ਵਿਦਆਊਟ ਸਪੌਂਸਰ ਇਹਦਾ ਆ ਗਿਆ ਉੱਥੋਂ, ਲੇਕਿਨ ਵਿਦਆਊਟ ਸਪੌਂਸਰ ਮੈਂ ਕਿਹਾ ਵੀ ਨਹੀਂ ਜਾਣਗੇ ਤੇ ਦੋਨੋਂ ਇਕੱਠੇ ਜਾਣਗੇ। ਪਲਾਨ ਸੀਗਾ ਸਾਰਾ ਇਹਨਾਂ ਦਾ ਲੱਗਦਾ ਤੁਹਾਨੂੰ? ਪ੍ਰੀ ਪਲਾਨਡ ਹੀ, ਇਹਦੀ ਮਾਂ ਜਿਹੜੀ ਹੈ ਪ੍ਰੀ ਪਲਾਨਡ ਹੀ, ਸਾਨੂੰ ਇਹਨਾਂ ਦੇ ਬਾਰੇ ਇੰਨਾ ਪਤਾ ਨਹੀਂ ਸੀ। ਕੁੜੀ ਨੇ ਇਹ ਮਨਾ ਕਰ ਦਿੱਤਾ ਉੱਥੇ ਜਾਣ 'ਚ। ਉਹਦੇ ਬਾਅਦ 'ਚ ਮੈਂ ਫਿਰ ਨੱਠ ਭੱਜ ਕੀਤਾ ਤੇ ਏਜੰਟਾਂ ਨਾਲ ਗੱਲ ਕਰਕੇ ਇਹਨਾਂ ਦਾ ਮਲਟੀਪਲ ਵੀਜ਼ਾ ਲਵਾਤਾ ਜੀ। ਇਹ ਸਿੱਧੇ ਫਰਾਂਸ ਗਏ। ਫਰਾਂਸ ਜਾ ਕੇ ਸਾਡੇ ਕੋਲ ਰਿਲੇਟਿਵ ਵੀ ਉਹਨਾਂ ਨੇ ਇਹਨਾਂ ਨੂੰ ਹੋਲਡ ਕੀਤਾ, 2 ਦਿਨ ਉੱਥੇ ਰਹੇ, ਐਫਲ ਟਾਵਰ ਵਗੈਰਾ ਜੋ ਵੀ ਇਹਨਾਂ ਘੁੰਮੇ ਆ। ਉਹਦੇ ਬਾਅਦ 'ਚ ਕਹਿੰਦੇ ਵੀ ਇੰਗਲੈਂਡ ਚੱਲ ਜਾਣਾ, ਫਿਰ ਕਹਿੰਦੇ ਪੁਰਤਗਾਲ ਜਾਣਾ, ਉੱਥੋਂ ਇਹ ਪੁਰਤਗਾਲ ਚਲੇ ਗਏ। ਇਹ ਆ ਕੇ ਦਿੱਲੀ ਆ ਗਏ, ਇਹਨਾਂ ਕੋਲ ਕੋਈ ਇੰਡੀਅਨ ਮਨੀ ਨਹੀਂ, ਕੋਈ ਯੂਰਪੀਅਨ ਮਨੀ ਨਹੀਂ। ਮੈਂ ਇੰਡੋ ਕੈਨੇਡੀਅਨ ਵਾਲਿਆਂ ਨਾਲ ਗੱਲ ਕਰਕੇ ਮੈਂ ਕਿਹਾ ਇਹਨਾਂ ਦੇ ਪਾਸਪੋਰਟ ਰੱਖ ਲਓ, ਮੈਂ ਜਲੰਧਰ ਰਿਸੀਵ ਕਰਾਂਗਾ, ਮੈਂ ਤੁਹਾਨੂੰ ਉੱਥੇ ਪੈਸੇ ਇਹਨਾਂ ਦਾ ਕਿਰਾਇਆ ਦੇ ਦਿਆਂਗਾ ਤੇ ਪਾਸਪੋਰਟ ਤੁਸੀਂ ਵਾਪਸ ਦੇ ਦਿਓ। 9 ਦੇ ਤੁਸੀਂ ਭਰਾ ਦੇ ਉੱਤੇ ਵੀ ਇੰਨਾ ਪੈਸਾ ਖਰਚ ਰਹੇ ਹੋ, ਕਦੇ ਵੀ ਤੁਹਾਨੂੰ ਅਹਿਸਾਸ ਨਹੀਂ ਹੋਇਆ ਵੀ ਧੋਖਾ ਹੋ ਜਾਊਗਾ ਤੁਹਾਡੇ ਨਾਲ ਜਾਂ ਇਹ ਪੈਸੇ ਵਾਪਸ ਆਉਣਗੇ? ਤੁਹਾਡੀ ਵੀ ਤਾਂ ਜਮ੍ਹਾਂ ਪੂੰਜੀ ਸੀਗੀ, ਇੰਨੀ ਸਾਲ ਤੁਸੀਂ ਵੀ ਫੌਜ ਦੇ ਵਿੱਚ ਨੌਕਰੀ ਕਰਕੇ ਆਏ। ਤੁਹਾਨੂੰ ਕਦੇ ਲੱਗਾ ਸੀਗਾ ਵੀ ਇਦਾਂ ਦਾ ਦਿਨ ਵੀ ਆ ਜਾਊਗਾ ਵੀ 9 ਦੇ ਉੱਤੇ ਪਰਚਾ ਦਰਜ ਕਰਵਾਉਣਾ ਪੈ ਜਾਊਗਾ? ਇਹ ਸਾਰੀ ਪਲਾਨ ਇਹਦੀ ਮਾਂ ਦੀ ਹੈ, ਔਰ ਮਾਂ ਪ੍ਰੀ ਪਲਾਨਡ ਹੀ ਤੇ ਤੂੰ ਪਿਓ ਨੂੰ ਉੱਥੇ ਲੈ ਜਾਏਂਗੀ, ਪਿਓ ਨੂੰ ਲੈ ਜਾ, ਮੈਂ ਵੀ ਆ ਜਾਣਾ, ਪਿਓ ਭਰਾ ਤੇਰਾ ਕੈਨੇਡਾ, ਇਹ ਸਾਡਾ ਕੀ ਕਰ ਲੈਣਗੇ, ਅਸੀਂ ਚੱਲ ਜਾਣਾ ਇੱਥੇ। ਤੇ ਉਹ ਮੈਨੂੰ ਪਤਾ ਹੈ ਵੀ ਇਹਨਾਂ ਦੀ ਵੈਸਟਰਨ ਯੂਨੀਅਨ ਕਾਨੋਵਾਲ ਗਈ ਆ, ਉਹਦੇ ਕੋਲ ਪੈਸੇ ਆਉਂਦੇ ਆ। ਉਹ ਮੈਨੂੰ ਸਿਰਫ ਉਹ ਮੁੰਡੇ ਨੇ ਮੈਨੂੰ ਹਿੰਟ ਦਿੱਤਾ ਸੀ ਥੋੜਾ ਜਿਹਾ। ਵੈਸਟਰਨ ਯੂਨੀਅਨ ਤੋਂ ਸਾਰਾ ਭੇਦ ਖੁੱਲਾ ਵੀ ਪੈਸੇ ਕਿਵੇਂ? ਹਾਂ, ਵੈਸਟਰਨ ਯੂਨੀਅਨ ਤੋਂ ਤੁਹਾਡੇ ਸਾਹਮਣੇ ਉਹ ਡਿਟੇਲ ਹੈ। ਅਸੀਂ ਬਿਲਕੁਲ ਅੱਜ ਦੀ ਡੇਟ 'ਚ ਬੈਂਕ ਤੋਂ ਮੈਂ ਲੋਨ ਲੈ ਕੇ ਚੱਲ ਰਿਹਾ ਪੈਨਸ਼ਨ ਦਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸਮਾਜ ਦੇ ਵਿੱਚ ਇਨਸਾਨੀ ਰਿਸ਼ਤਿਆਂ ਦਾ ਤਾਣਾ ਬਾਣਾ ਇਸ ਕਦਰ ਉਲਝ ਚੁੱਕਿਆ ਹੈ ਕਿ ਅੱਜ ਇੱਕ ਇਨਸਾਨ ਆਪਣੇ ਲਾਲਚ ਦੇ ਲਈ ਦੂਸਰੇ ਨੂੰ ਬੇਵਕੂਫ ਬਣਾਉਣ ਦੇ ਲਈ ਉਹ ਦੂਸਰੇ ਦੇ ਨਾਲ ਧੋਖਾਧੜੀ ਕਰਨ ਦੇ ਵਿੱਚ ਕੁਝ ਵੀ ਦੇਰੀ ਨਹੀਂ ਲਾਉਂਦਾ। ਫਿਰ ਚਾਹੇ ਭਾਵੇਂ ਉਹ ਰਿਸ਼ਤੇ ਦੇ ਵਿੱਚ ਉਸ ਦਾ ਪਤੀ ਹੋਵੇ, ਚਾਹੇ ਉਸ ਦੀ ਪਤਨੀ ਹੋਵੇ, ਚਾਹੇ ਉਸ ਦਾ ਸਹੁਰਾ ਪਰਿਵਾਰ ਹੀ ਕਿਉਂ ਨਾ ਹੋਵੇ। ਬਹੁਤ ਸਾਰੇ ਕੇਸ ਧੋਖਾਧੜੀ ਦੇ ਜਿਹੜੇ ਨਵੇਂ ਵਿਆਹੇ ਜੋੜਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ, ਜਿੱਥੇ ਨੌਜਵਾਨਾਂ ਦੇ ਵੱਲੋਂ ਆਪਣੀਆਂ ਤੀਵੀਆਂ ਨੂੰ ਵਿਦੇਸ਼ ਭੇਜਿਆ ਗਿਆ ਸੀਗਾ ਬਹੁਤ ਸਾਰੇ ਪੈਸੇ ਖਰਚ ਕੇ, ਪਰ ਅੱਜ ਉਹ ਨੌਜਵਾਨ ਆਪਣੀ ਕੀਤੀ ਦੇ ਉੱਤੇ ਪਛਤਾ ਰਹੇ ਨੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਪਤਨੀਆਂ ਨੇ, ਬਹੁਤ ਸਾਰੀਆਂ ਦੇ ਵਿੱਚੋਂ ਜਿਹੜੀਆਂ ਕੁੜੀਆਂ ਅਜਿਹੀਆਂ ਸਾਹਮਣੇ ਆਈਆਂ ਜਿਨ੍ਹਾਂ ਦੇ ਉੱਤੇ ਧੋਖਾਧੜੀ ਦੇ ਇਲਜ਼ਾਮ ਲੱਗ ਗਏ। ਇੱਕ ਤਾਜ਼ਾ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਲੰਗਾਹ ਤੋਂ ਸਾਹਮਣੇ ਆਇਆ, ਜਿੱਥੇ ਇੱਕ ਸਾਬਕਾ ਫੌਜੀ ਦੇ ਨਾਲ 47-48 ਲੱਖ ਰੁਪਏ ਦੀ ਠੱਗੀ ਵੱਜੀ ਹੈ ਔਰ ਠੱਗੀ ਦੇ ਇਲਜ਼ਾਮ ਲੱਗੇ ਨੇ ਉਹਨਾਂ ਦੀ ਆਪਣੀ ਨੂੰਹ ਦੇ ਉੱਤੇ ਅਤੇ ਕੁੜਮਣੀ ਦੇ ਉੱਤੇ। ਪੂਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਲਕਾਰ ਸਿੰਘ ਮੌਜੂਦ ਨੇ। ਕਹਾਣੀ ਸੁਣਾਂਗੇ ਕਿ ਆਖਰ ਇੰਨਾ ਪੈਸਾ ਕਿਵੇਂ ਅੱਜ ਠੱਗੀ ਵੱਜ ਗਈ ਔਰ ਇਲਜ਼ਾਮ ਇਹਨਾਂ ਦੀ ਨੂੰਹ ਦੇ ਉੱਤੇ ਨੇ, ਇਹਨਾਂ ਦੀ ਕੁੜਮਣੀ ਦੇ ਉੱਤੇ ਨੇ, ਔਰ ਪੁਲਿਸ ਦੇ ਵੱਲੋਂ ਵੱਖ-ਵੱਖ ਧਾਰਾਵਾਂ ਦੇ ਤਹਿਤ ਇਹਨਾਂ ਦੀ ਨੂੰਹ ਦੇ ਉੱਤੇ ਹੁਣ ਮਾਮਲਾ ਵੀ ਦਰਜ ਕਰ ਲਿਆ ਗਿਆ। 420 ਦਾ ਕੇਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ 406, 419 ਵੀ ਲਗਾਈ ਗਈ ਹੈ, 120 ਵੀ ਲਗਾਈ ਗਈ ਹੈ। ਤਾਂ ਪੂਰੇ ਕੇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਠੱਗੀ ਵੱਜੀ ਹੈ, ਗੱਲਬਾਤ ਕਰਨ ਲਈ ਬਲਕਾਰ ਸਿੰਘ ਜੀ ਉਹਨਾਂ ਨਾਲ ਗੱਲ ਕਰਦੇ ਹਾਂ। ਬਲਕਾਰ ਸਿੰਘ ਜੀ, ਇਹ ਕੀ ਮਾਜਰਾ ਕੀ ਹੈ ਤੁਹਾਡੇ ਨਾਲ? ਮੈਨੂੰ ਲੱਗਦਾ ਵੀ ਕਿਸ ਰੈਂਕ ਤੋਂ ਪੈਨਸ਼ਨ ਆਈ ਸੀਗੀ, ਪਹਿਲਾਂ ਮੈਨੂੰ ਇਹ ਦੱਸ ਦਿਓ ਥੋੜ੍ਹਾ ਜਿਹਾ। ਸਤਿ ਸ਼੍ਰੀ ਅਕਾਲ ਜੀ ਸਰ ਜੀ। ਮੈਂ 2012 ਜਨਵਰੀ ਦੇ ਵਿੱਚ ਐਜ ਏ ਸੂਬੇਦਾਰ ਮੇਜਰ 30 ਸਾਲ ਸਰਵਿਸ ਕਰਕੇ ਆਰਮੀ ਦੇ ਵਿੱਚੋਂ ਰਿਟਾਇਰ ਹੋਇਆ। ਮੈਨੂੰ ਤਕਰੀਬਨ ਕੋਈ 38.5 ਲੱਖ ਰੁਪਇਆ ਫੌਜ 'ਚੋਂ ਮਿਲਿਆ ਅਤੇ ਪੈਨਸ਼ਨ ਆਉਣ ਤੋਂ ਬਾਅਦ ਮੇਰਾ ਬੇਟਾ ਖਾਲੀ ਸੀ ਅਤੇ ਕਿਤੇ ਨੌਕਰੀ ਦੀ ਤਲਾਸ਼ ਦੇ ਵਿੱਚ ਸੀ ਅਤੇ ਉਹ ਅਮਰੀਕਾ ਜਾਣ ਦੇ ਤੱਕ 'ਚ ਸੀ ਅਤੇ ਉਹ ਫਿਰ ਗੱਲ ਨਹੀਂ ਬਣੀ ਅਤੇ ਸਾਡੇ ਰਿਲੇਟਿਵ ਹੀ ਇੱਥੇ ਡੱਲੇ ਗੋਰੀਏ
ਮੇਰੇ ਸਾਲੇ ਦੀ ਕੁੜੀ ਵਿਆਹੀ ਸੀ ਤੇ ਉਹਨਾਂ ਨੇ ਦੱਸਿਆ ਵੀ ਸਾਡੇ ਲਾਗੇ ਕੋਈ ਕੁੜੀ ਹੈ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸਾਡੀ ਕੁੜੀ ਨਾਲ ਮੁੰਡੇ ਦਾ ਵਿਆਹ ਕਰਾ ਕੇ ਤੇ ਬਾਹਰ ਭੇਜ ਦਿਓ। ਤੇ ਆਲਰੇਡੀ ਸਾਨੂੰ ਇੱਕ ਏਜੰਟ ਹੈ ਸੁਖਮਣੀ, ਅਸੀਂ ਉਹਦੇ ਕੋਲ ਵਿਨੋਦ ਦੇ ਮੁੰਡੇ ਦੇ ਲਾਏ ਸੀ ਫਾਈਲਾਂ ਤੇ ਉਹਦੇ ਬਾਅਦ 'ਚ ਉਹਨਾਂ ਵੀ ਸਾਨੂੰ ਕਿਹਾ ਵੀ ਕੋਈ ਬੇਟੀ ਕੁੜੀ ਪੜ੍ਹੀ ਲਿਖੀ ਦੇਖੋ ਤੇ ਆਈਲੈਟਸ ਕਰਾ ਕੇ ਤੇ ਤੁਸੀਂ ਜੁਆਇੰਟ 'ਚ ਇਹਨਾਂ ਨੂੰ ਭੇਜ ਸਕਦੇ ਹੋ। ਉਹਦੇ ਬਾਅਦ 'ਚ ਅਸੀਂ ਕੀ ਕੀਤਾ ਵੀ ਉਹ ਸਾਡੇ ਰਿਸ਼ਤੇਦਾਰਾਂ ਨੇ ਉਹਨਾਂ ਨਾਲ ਗੱਲ ਕੀਤੀ ਆ ਤੇ ਇਹ ਆਪਣੀ ਕੁੜੀ ਨੂੰ ਹਿੰਨਾ ਦੀ ਮਾਂ ਤੇ ਸੁਸ਼ਮਾ ਤੇ ਉਹਦੀ ਨਾਨੀ ਦਰਸ਼ਨਾ ਤੇ ਭਰਾ ਜੀਵਨ ਇਹ ਸਾਡੇ ਘਰ ਆਏ ਆ। ਸਾਡੇ ਘਰ ਆ ਕੇ ਇੱਥੇ ਬਹਿ ਕੇ ਇਹਨਾਂ ਨੇ ਸਾਡਾ ਹਿਸਾਬ ਕਿਤਾਬ ਦੇਖਿਆ, ਇਹਨਾਂ ਨੇ ਹਿਸਾਬ ਲਾਇਆ ਵੀ ਇਹ ਠੀਕ ਹੈ, ਪੈਸੇ ਪੂਸੇ ਇਹਨਾਂ ਕੋਲ ਹੈ ਤੇ 15 ਦਿਨਾਂ ਦੇ ਵਿੱਚ ਜੀ ਜਿਹੜਾ ਮੈਰਿਜ ਡਿਕਲੇਅਰ ਹੋ ਗਈ। ਟਿਪੜੇ ਛਿਪੜੇ ਮਿਲਾ ਕੇ ਤੇ ਜੋ ਵੀ ਮੈਰਿਜ ਡਿਕਲੇਅਰ ਹੋਣ ਤੋਂ ਬਾਅਦ ਅਸੀਂ ਜੀ ਤਕਰੀਬਨ ਸਾਰਾ ਖਰਚਾ ਕੀਤਾ। ਆਪਣੇ ਲਹਿੰਗੇ ਤੱਕ ਅਸੀਂ ਇੱਥੋਂ ਮਕੇਰੀਓਂ ਦੀਪੂ ਦਿਓ ਲਹਿੰਗੇ ਵਗੈਰਾ ਇੱਥੋਂ 25,000 'ਚ ਬ੍ਰਾਂਡਡ ਲਹਿੰਗੇ, ਜੁੱਤੀਆਂ ਅਸ਼ੋਕਾ ਸ਼ੋ ਕੋਲੋਂ ਕੱਪੜਾ ਤੱਕ ਸਭ ਕੁਝ A to Z ਅਸੀਂ ਇੱਥੋਂ ਲੈ ਕੇ ਦਿੱਤਾ ਇਹਨਾਂ ਨੂੰ। ਬਾਕੀ ਬੜੇ ਚਾਵਾਂ ਨਾਲ ਅਸੀਂ ਵਿਆਹ ਕੀਤਾ। ਵਿਆਹ ਕਰਨ ਤੋਂ ਬਾਅਦ ਇਹਨਾਂ ਦਾ ਮੈਰਿਜ ਸਰਟੀਫਿਕੇਟ ਬਣਾਇਆ ਮੈਂ ਪਹਿਲੇ, ਵਿਨੋਦ ਦਾ ਤੇ ਹੀਨਾ ਦਾ। ਹਾਂਜੀ, ਦੋਨਾਂ ਦਾ ਮੈਰਿਜ ਸਰਟੀਫਿਕੇਟ ਬਣਾਇਆ ਮਕੇਰੀਓਂ, ਜਿਹਦੇ ਵਿੱਚ ਇਹਦੀ ਮਾਂ ਤੇ ਇਹਦੇ ਪਿੰਡ ਦੇ ਲੰਬੜਦਾਰ ਆਏ ਆ। ਤੇ ਮੈਰਿਜ ਸਰਟੀਫਿਕੇਟ ਬਣਾਉਣ ਤੋਂ ਬਾਅਦ ਫਿਰ ਮੈਂ ਇਹਨਾਂ ਦੇ ਪਾਸਪੋਰਟ ਅਪਲਾਈ ਕੀਤੇ ਆ, ਰਾਸ਼ਨ ਕਾਰਡ ਬਣਵਾਇਆ ਇਹਦਾ। ਪਾਸਪੋਰਟ ਅਪਲਾਈ ਕਰਨ ਤੋਂ ਬਾਅਦ ਜਦੋਂ ਪਾਸਪੋਰਟ ਦੀ ਵੈਰੀਫਿਕੇਸ਼ਨ ਆਈ ਆ ਤਾਂ ਵੈਰੀਫਿਕੇਸ਼ਨ ਇਹਨਾਂ ਦੇ ਉੱਥੇ ਹਿੰਨਾ ਦੀ ਗੁਰਦਾਸਪੁਰ ਡੱਲੇ ਗੋਰੀਏ ਚਲੀ ਗਈ ਹੈ। ਤਾਂ ਉੱਥੋਂ ਪੁਲਿਸ ਵਾਲਿਆਂ ਨੇ ਕਿਹਾ ਵੀ ਇਹਦੇ ਹਿੰਨਾ ਦੇ ਸਾਈਨ ਚਾਹੀਦੇ ਆ ਤੇ ਇਹਦਾ ਭਰਾ ਤੇ ਇੱਕ ਕੋਈ ਰਿਲੇਟਿਵ ਇਹਨਾਂ ਦਾ ਉਹ ਨਾਲ ਆ ਗਏ ਆ ਸਕੂਟਰੀ ਤੇ ਉਹ ਲੈ ਕੇ। ਉਹ ਰਾਤ ਸਾਡੇ ਕੋਲ ਰੁਕੇ ਆ, ਸਵੇਰੇ ਜਾਣ ਲੱਗਿਆ ਉਛਾਲਿਆਂ ਲੱਗੇ ਉਹਨਾਂ ਦਾ ਐਕਸੀਡੈਂਟ ਹੋ ਗਿਆ। ਆਪਾਂ ਉਸ ਗੱਲ ਤੇ ਬਾਅਦ ਚਾਹਾਂਗੇ, ਪਰ ਮੈਂ ਤੁਹਾਡੇ ਜਿਹੜੇ ਬੇਟੇ ਦੇ ਤੇ ਨੂੰਹ ਦੇ ਰਿਸ਼ਤੇ ਦੇ ਉੱਤੇ ਜਾਂ ਉਹਨੇ ਕਿਸ ਤਰੀਕੇ ਦੇ ਨਾਲ ਤੁਹਾਡੇ ਕੋਲ ਇੰਨਾ ਪੈਸਾ ਹੜੱਪ ਲਿਆ, ਕਿਉਂਕਿ ਮੈਂ ਉਹਦੇ ਬ੍ਰਦਰ ਵਾਲੀ ਕਹਾਣੀ ਤੇ ਬਾਅਦ ਚਾਹੂੰਗਾ। ਪਹਿਲਾਂ ਮੈਨੂੰ ਇਹ ਦੱਸ ਦਿਓ ਇਹ ਰਿਸ਼ਤਾ ਵਿਗੜਿਆ ਕਿਵੇਂ ਸਾਰਾ? ਇਹ ਰਿਸ਼ਤਾ ਇੱਦਾਂ ਵਿਗੜਿਆ ਸਰ, ਇਹ ਨਾ ਪਹਿਲੇ ਬੋਟੀ ਦਾ ਅਸੀਂ ਆਈਲੈਟ ਕਰਾਉਣ ਲੱਗੇ ਆ। 2 ਵਾਰ ਮਕੇਰੀਓਂ ਆਈਲੈਟਸ ਕਰਾਉਣ ਲਿਆ, ਬੋਟੀ ਨੂੰ ਆਉਂਦਾ ਕੱਖ ਨਹੀਂ, ਇਹਦੇ ਕੋਲ ਆਈਲੈਟਸ ਨਹੀਂ ਹੋਈ। ਉਹਦੇ ਬਾਅਦ 'ਚ ਅਸੀਂ ਵਿਦਆਊਟ ਆਈਲੈਟਸ ਇਹ ਦੋਨਾਂ ਦੀ ਨਿਊਜ਼ੀਲੈਂਡ ਲਈ ਫਾਈਲ ਲਾਈ ਆ, ਜਿੱਥੋਂ ਕਿ ਸਪਾਂਸਰ ਵਿਦਆਊਟ ਸਪਾਂਸਰ ਇਹਦਾ ਆ ਗਿਆ ਉੱਥੋਂ, ਲੇਕਿਨ ਵਿਦਆਊਟ ਸਪਾਂਸਰ ਮੈਂ ਕਿਹਾ ਵੀ ਨਹੀਂ ਜਾਣਗੇ ਤੇ ਦੋਨੋਂ ਇਕੱਠੇ ਜਾਣਗੇ, ਜਿਹਦੇ ਵਿੱਚ ਮੇਰਾ 2 ਲੱਖ ਰੁਪਇਆ ਖਰਚਾ ਹੋ ਗਿਆ ਨੀਅਰ ਅਬਾਊਟ। ਏਜੰਟਾਂ ਨੇ ਉਹ ਪਾਸਪੋਰਟ ਦੇ ਨਾਲ ਖਾ ਲਿਆ। ਉਹਦੇ ਬਾਅਦ 'ਚ ਫਿਰ ਨਹੀਂ ਗੱਲ ਬਣੀ ਤੇ ਕੈਨੇਡਾ ਦੀ ਫਾਈਲ ਲਵਾਤੀ ਆ। ਕੈਨੇਡਾ ਦੀ ਫਾਈਲ ਲਈ ਮੈਡੀਕਲ ਉੱਥੋਂ ਆਪਣੇ ਲੁਧਿਆਣੇ ਹਸਪੀਟਲ ਤੋਂ ਚੱਲੇ ਆ, ਉਹ ਇਹਨਾਂ ਦੇ ਮੈਡੀਕਲ ਵਗੈਰਾ ਲੱਗ ਕੇ ਤੇ ਕੈਨੇਡਾ ਦੀ ਫਾਈਲ ਲੱਗੀ ਆ। ਫਿਰ ਇਹਨਾਂ ਦਾ ਵੀਜ਼ਾ ਨਹੀਂ ਲੱਗਿਆ ਸਰ, ਜਿਹਦੇ ਵਿੱਚ 2 ਲੱਖ ਰੁਪਇਆ ਤਕਰੀਬਨ ਫਿਰ ਮੇਰਾ ਏਜੰਟ ਖਾ ਗਏ ਆ। ਉਹਦੇ ਬਾਅਦ 'ਚ ਬੌਟੀ ਨੇ ਮੈਨੂੰ ਬੋਲਿਆ ਵੀ ਡੈਡੀ ਸਾਡਾ ਸਾਰਾ ਪੈਸਾ ਖਤਮ ਹੋ ਜਾਣਾ, ਮੈਂ ਬਿਊਟੀ ਪਾਰਲਰ ਦਾ ਜਲੰਧਰ ਮੈਨੂੰ ਕੋਈ ਕੋਰਸ ਕਰਾਓ ਤੇ ਮੈਂ ਜਿੱਦਾਂ ਸੁਰਬੀ ਦੀ ਦੁਕਾਨ ਆ ਮਕੇਰੀਆਂ ਵਧੀਆ ਖੋਲ੍ਹਦੀਆਂ ਤੇ ਮੈਨੂੰ 10 ਲੱਖ ਰੁਪਇਆ ਦੇ ਦਿਓ। ਮੈਂ ਕਿਹਾ ਠੀਕ ਹੈ। ਇਹਨਾਂ ਨੇ ਜਾ ਕੇ ਜਲੰਧਰ ਜਾ ਕੇ ਇਹਨੇ ਐਡਮਿਸ਼ਨ ਲੈ ਲਿਆ। 2 ਦਿਨ ਜਾਣ ਤੋਂ ਬਾਅਦ ਤੀਜੇ ਦਿਨ ਕਹਿੰਦੀ ਵੀ ਨਹੀਂ ਜਾਣਾ ਅਸੀਂ, ਵੀ ਮੈਂ ਬਾਹਰ ਹੀ ਜਾਣਾ। ਫਿਰ ਮੈਂ ਏਜੰਟਾਂ ਨਾਲ ਨੱਠ ਭੱਜ ਕਰਕੇ ਉਹ ਇਹਦੀ ਸਾਰੀ ਸਪੋਰਟ ਇਹਨੂੰ ਮਾਂ ਦੀ ਸੀ ਵੀ ਤੂੰ ਬਾਹਰ ਜਾਏਂਗੀ ਤਾਂ ਤੇਰਾ ਭਰਾ ਵੀ ਜਾ ਸਕਦਾ, ਤੇ ਅਸੀਂ ਟੋਟਲ ਵਿਆਹ ਕੀਤਾ ਬਾਹਰ ਜਾਣ ਲਈ। ਇਹ ਪਲਾਨ ਸੀਗਾ ਸਾਰਾ ਇਹਨਾਂ ਦਾ ਲੱਗਦਾ ਤੁਹਾਨੂੰ? ਪ੍ਰੀ ਪਲਾਨਡ ਹੀ, ਇਹਦੀ ਮਾਂ ਜਿਹੜੀ ਹੈ ਪ੍ਰੀ ਪਲਾਨਡ ਹੀ, ਸਾਨੂੰ ਇਹਨਾਂ ਦੇ ਬਾਰੇ ਇੰਨਾ ਪਤਾ ਨਹੀਂ ਸੀ। ਕੁੜੀ ਨੇ ਇਹ ਮਨਾ ਕਰ ਦਿੱਤਾ ਉੱਥੇ ਜਾਣ 'ਚ। ਉਹਦੇ ਬਾਅਦ 'ਚ ਮੈਂ ਫਿਰ ਨੱਠ ਭੱਜ ਕੀਤਾ ਤੇ ਏਜੰਟਾਂ ਨਾਲ ਗੱਲ ਕਰਕੇ ਇਹਨਾਂ ਦਾ ਮਲਟੀਪਲ ਵੀਜ਼ਾ ਲਵਾਤਾ ਜੀ, ਜਿਹਦੇ ਵਿੱਚ ਮੇਰੀ ਏਜੰਟ ਨਾਲ ਗੱਲ ਹੋਈ ਆ ਭਈ 16 ਲੱਖ ਵਿਦ ਟਿਕਟ ਦੋਨਾਂ ਦਾ ਵੀਜ਼ਾ ਉਹਨਾਂ ਨੇ ਲਵਾਤਾ। ਤੇ 16 ਲੱਖ ਤੇ 2 ਲੱਖ ਦੇ ਮੈਂ ਇਹਨਾਂ ਨੂੰ ਯੂਰੋ ਲੈ ਕੇ ਦਿੱਤੇ ਆ। 18 ਲੱਖ ਰੁਪਈਆ ਮੈਂ ਐਟ ਏ ਟਾਈਮ ਇਹਨਾਂ ਦੇ ਖਰਚਿਆ। 50,000 ਦਾ ਇਹ ਨਾਲ 2 ਅਟੈਚੀ ਤੇ ਕੋਈ ਕੰਟੀਨਾ ਦਾ ਸਮਾਨ ਕੱਪੜਾ ਉਹ ਵੀ ਲੈ ਕੇ ਦਿੱਤਾ ਇਹਨਾਂ ਨੂੰ। ਇਹ ਤੇ ਉਹ 2016 ਅਗਸਤ ਨੂੰ ਸਤੰਬਰ ਦੇ ਲਾਸਟ 'ਚ ਚੱਲ ਗਏ, 27 ਨੂੰ ਕਿ ਜਾਂ 26 ਨੂੰ ਗਏ ਇੱਥੋਂ। ਇਹ ਸਿੱਧੇ ਫਰਾਂਸ ਗਏ ਆ। ਫਰਾਂਸ ਜਾ ਕੇ ਸਾਡੇ ਕੋਲ ਰਿਲੇਟਿਵ ਵੀ ਉਹਨਾਂ ਨੇ ਇਹਨਾਂ ਨੂੰ ਹੋਲਟ ਕੀਤਾ, 2 ਦਿਨ ਉੱਥੇ ਰਹੇ, ਐਫਲ ਟਾਵਰ ਵਗੈਰਾ ਜੋ ਵੀ ਇਹਨਾਂ ਘੁੰਮੇ ਆ। ਉਹਦੇ ਬਾਅਦ 'ਚ ਕਹਿੰਦੇ ਵੀ ਇੰਗਲੈਂਡ ਚੱਲ ਜਾਣਾ, ਫਿਰ ਕਹਿੰਦੇ ਪੁਰਤਗਾਲ ਜਾਣਾ। ਉੱਥੋਂ ਇਹ ਪੁਰਤਗਾਲ ਚਲੇ ਗਏ। ਪੁਰਤਗਾਲ ਜਾਣ ਤੋਂ ਬਾਅਦ ਤੇ ਇਹਨਾਂ ਕੋਲ ਪੈਸੇ ਥੋੜ੍ਹੇ ਘੱਟ ਬਚ ਗਏ। ਉੱਥੇ ਫਿਰ ਲੀਗਲ ਐਂਟਰੀ ਇਹਨਾਂ ਨੇ ਕਰਾ ਕੇ 1100 ਯੂਰੋ ਦੇ ਆਪਣੇ ਕਾਗਜ਼ ਬਣਵਾਏ ਆ, ਉੱਥੇ ਸਟੇ ਲਈ ਤੇ ਵਰਕ ਦੇ ਕਾਗਜ਼ ਬਣਵਾਏ ਆ। ਤੇ ਉਹ ਕਾਗਜ਼ ਬਣਾਉਣ ਤੋਂ ਬਾਅਦ ਇਹ ਕੰਮ ਕਰਨ ਲੱਗ ਪਏ ਆ 3 ਮਹੀਨੇ ਬਾਅਦ, ਜਿਹਦੇ ਵਿੱਚ ਮੈਂ ਇਹਨਾਂ ਨੂੰ ਪਿੱਛੇ 5 ਲੱਖ ਰੁਪਈਆ ਭੇਜਿਆ। ਹਾਂ, ਮੇਰੇ ਕੋਲ ਪ੍ਰੂਫ ਹੈ। ਔਰ ਉਹ
ਇਹ ਕਿਹਦੇ ਨਾਂ ਤੇ ਭੇਜਦੇ ਸੀਗੇ, ਹੀਨਾ ਦੇ ਨਾਂ ਤੇ ਜਾਂ ਕਿਸ ਤਰੀਕੇ ਨਾਲ ਪੈਸੇ? ਮੈਂ ਵਿਨੋਦ ਦੇ ਨਾਂ ਤੇ ਭੇਜੇ ਆ, ਇਹਨਾਂ ਦੇ ਨਾਂ ਤੇ ਨਹੀਂ। ਇਹ ਬੈਂਕ 'ਚ ਵੈਸਟਰਨ ਯੂਨੀਅਨ 'ਚੋਂ ਵੀ ਭੇਜੇ ਆ, ਔਰ ਕੁਝ ਬੰਦਿਆਂ ਦੇ ਬਾਹਰੋਂ ਵੀ ਮੰਗਾ ਕੇ ਉੱਥੇ ਦਿੱਤੇ। ਹੁਣ ਮੈਂ ਬੰਦਿਆਂ ਦੇ ਘਰ ਪੈਸਾ ਦੇ ਦਿੱਤਾ। ਕੁਝ ਮੈਂ ਵੈਸਟਰਨ ਯੂਨੀਅਨ 'ਚੋਂ ਭੇਜਿਆ, ਇਹਨਾਂ ਦੇ ਬਾਈ ਨੇਮ ਭੇਜਿਆ ਵਿਨੋਦ ਬੈਂਕ ਥਰੂ। ਉਹਦੇ ਬਾਅਦ 'ਚ ਇਹ ਕੀ ਕੀਤਾ ਵੀ ਉੱਥੇ ਲੱਗ ਗਏ ਕੰਮ ਤੇ। 22 ਮਹੀਨਿਆਂ ਬਾਅਦ ਇਹਨਾਂ ਨੂੰ ਉਹ ਕਾਰਡ ਮਿਲੇ ਆ। ਕਾਰਡ ਮਿਲਣ ਤੋਂ ਬਾਅਦ ਜਨਵਰੀ 'ਚ 2019 'ਚ ਇਹਨਾਂ ਨੂੰ ਕਾਰਡ ਮਿਲੇ ਆ। ਤਾਂ ਮੈਂ ਬੋਲਿਆ ਵੀ ਤੁਸੀਂ ਆ ਕੇ ਸਾਨੂੰ ਮਿਲ ਜਾਓ। ਮਾਂ ਇਹਨਾਂ ਦੀ ਢਿੱਲੀ ਰਹਿੰਦੀ ਸੀ ਤੇ ਤੁਸੀਂ ਮਿਲ ਜਾਓ। ਤੇ ਇਹ ਕਹਿੰਦੇ ਵੀ ਸਾਡੇ ਕੋਲ ਪੈਸਾ ਨਹੀਂ। ਮੈਂ ਉੱਥੋਂ ਇੱਕ ਇਹਨਾਂ ਦੇ ਨਾਲ ਕੋਈ ਨੇਬਰ ਸੀ, ਉਹਨੂੰ ਮੈਂ ਕਿਹਾ ਵੀ ਇਹਨਾਂ ਨੂੰ ਟਿਕਟਾਂ ਲੈ ਦਿਓ। ਉਹ ਕਹਿੰਦਾ ਮੇਰੇ ਪਿਓ ਦੇ ਅਕਾਊਂਟ 'ਚ ਪੈਸਾ ਪਾਓ। ਮੈਂ 1,04,000 ਰੁਪਇਆ ਉਹਦਾ ਪਿਓ ਸਰੂਪ ਸਿੰਘ ਹੀ ਉਹਦੇ ਅਕਾਊਂਟ 'ਚ ਪਾਇਆ। ਉਹਦੇ ਬਾਅਦ 'ਚ ਉੱਥੋਂ ਇਹਨਾਂ ਨੂੰ ਟਿਕਟਾਂ ਲੈ ਦਿੱਤੀਆਂ ਦੋਨਾਂ ਨੂੰ। ਇਹਨਾਂ ਨੂੰ ਉੱਥੋਂ ਜਹਾਜ਼ ਬਿਠਾ ਦਿੱਤਾ। ਇਹ ਆ ਕੇ ਦਿੱਲੀ ਆ ਗਏ। ਇਹਨਾਂ ਕੋਲ ਕੋਈ ਇੰਡੀਅਨ ਮਨੀ ਨਹੀਂ ਸੀ, ਕੋਈ ਯੂਰਪੀਅਨ ਮਨੀ ਨਹੀਂ ਸੀ। ਮੈਂ ਇੰਡੋ ਕੈਨੇਡੀਅਨ ਵਾਲੇ ਨਾਲ ਗੱਲ ਕਰਕੇ ਮੈਂ ਕਿਹਾ ਇਹਨਾਂ ਦੇ ਪਾਸਪੋਰਟ ਰੱਖ ਲਓ, ਮੈਂ ਜਲੰਧਰ ਰਿਸੀਵ ਕਰਾਂਗਾ, ਮੈਂ ਤੁਹਾਨੂੰ ਉੱਥੇ ਪੈਸੇ ਇਹਨਾਂ ਦਾ ਕਿਰਾਇਆ ਦੇ ਦਿਆਂਗਾ ਤੇ ਪਾਸਪੋਰਟ ਤੁਸੀਂ ਵਾਪਸ ਦੇ ਦਿਓ। ਅਸੀਂ ਚਲੋ ਮੈਂ ਜਲੰਧਰੋਂ ਅਸੀਂ ਗਏ, ਮੈਂ ਘਰ ਦੀ ਪਾਸਪੋਰਟ ਲਏ, ਇਹਨਾਂ ਨੂੰ ਇੰਡੀਅਨ ਮਨੀ ਉਹਨਾਂ ਨੂੰ ਦਿੱਤਾ। ਚਲੋ ਜੀ ਘਰ ਲਿਆਂਦਾ। ਇੱਥੇ ਮਾਂ ਨੇ ਸੁੱਖਣਾ ਕੀਤੀਆਂ ਸੀ ਵੀ ਮੇਰੇ ਨੂੰਹ ਪੁੱਤ ਆਉਣਗੇ ਤੇ ਮੈਂ ਜੱਗ ਕਰਨੇ ਆ। 2-3 ਜੱਗ ਕੀਤੇ ਆ। ਫਿਰ ਜੋ ਕਿ ਫਿਰ ਇਹ ਵੈਸ਼ਨੋ ਮਾਤਾ ਚਲੇ ਗਏ ਸੁੱਖਣਾ ਲਾਉਣ। ਫਿਰ ਇਹ ਮਤਲਬ ਘੁੰਮਦੇ ਘੁਮਾਉਂਦੇ ਇਹਨਾਂ ਨੇ 2.5-3 ਲੱਖ ਰੁਪਈਆ ਮੇਰਾ ਜਾੜਿਆ। ਉਹਦੇ ਬਾਅਦ ਜਾਣ ਲੱਗਿਆ ਲੱਖ ਰੁਪਏ ਦੇ ਇਹਨਾਂ ਨੂੰ 1200 ਯੂਰੋ ਫਿਰ ਮੈਂ ਲੈ ਕੇ ਦਿੱਤਾ ਵੀ ਤੁਸੀਂ ਜਾਣਾ ਕਿੱਦਾਂ। ਮਕੇਰੀਓਂ 1200 ਯੂਰੋ ਫਿਰ ਲੈ ਕੇ ਦਿੱਤਾ। ਉਹਦੇ ਬਾਅਦ ਇਹ ਚੱਲ ਗਏ ਉੱਥੇ। ਇਹ 27 ਮਾਰਚ ਨੂੰ ਇੱਥੋਂ ਗਏ ਆ। ਉਹਦੇ ਵਿੱਚ ਵੀ ਥੋੜੀ ਪ੍ਰੋਬਲਮ ਆਈ ਆ ਵੀ 25 ਮਾਰਚ ਨੂੰ ਅਸੀਂ ਗਏ ਆ। ਇਹਨਾਂ ਦੀ ਫਲਾਈਟ ਹੀ ਬ੍ਰਿਟਿਸ਼ ਏਅਰਵੇਜ਼ ਦੀ, ਤੋ ਫਲਾਈਟ ਕੈਂਸਲ ਹੋ ਗਈ। ਉਹ ਬਾਇਆ ਪਾਕਿਸਤਾਨ ਦੇ ਉੱਤੋਂ ਦੀ ਜਾਣੀ, ਉਹ ਪਾਕਿਸਤਾਨ ਨੇ ਨਹੀਂ ਜਾਣ ਦਿੱਤਾ। ਅਸੀਂ ਇਸ ਤੋਂ ਗੱਡੀ ਕਰਕੇ ਗਏ, ਫਿਰ ਵਾਪਸ ਆਏ ਅਸੀਂ। ਫਿਰ ਇਹ 27 ਤਰੀਕ ਨੂੰ ਦੁਬਾਰਾ ਗਏ ਆ, ਫਿਰ ਗੱਡੀ ਕਰਕੇ ਅਸੀਂ ਗਏ ਆ ਤੇ 27 ਤਰੀਕ ਨੂੰ ਇਹਨਾਂ ਦੀ ਫਲਾਈਟ ਹੋਈ ਆ। ਤੇ ਉਹਦੇ ਬਾਅਦ 'ਚ ਨੂੰ ਜਿਹੜੀ ਆ ਕਾਰਡ ਮਿਲਿਆ ਸੀ। ਇਹ ਜਦੋਂ ਛੁੱਟੀ ਆਈ ਪਹਿਲੇ, ਉਦੋਂ ਤੁਹਾਡੇ ਨਾਲ ਲੱਗਾ ਕਦੀ ਵੀ ਇੱਦਾਂ ਹੋ ਸਕਦਾ ਹੈ? ਕਿਉਂਕਿ ਅੱਜ ਜੇ 420 ਦਾ ਉਹਦੇ ਉੱਤੇ ਮਾਮਲਾ ਦਰਜ ਹੋਇਆ ਤਾਂ ਸਿੱਧੇ ਤੌਰ ਦੇ ਉੱਤੇ ਧੋਖਾਧੜੀ ਦਾ ਇਲਜ਼ਾਮ ਹੈ ਉਹਦੇ ਉੱਤੇ, ਹੈ ਨਾ। ਤੁਹਾਨੂੰ ਕਦੇ ਲੱਗਾ ਸੀਗਾ ਵੀ ਇੱਦਾਂ ਦਾ ਦਿਨ ਵੀ ਆ ਜਾਊਗਾ ਵੀ ਨੂੰਹ ਦੇ ਉੱਤੇ ਪਰਚਾ ਦਰਜ ਕਰਵਾਉਣਾ ਪੈ ਜਾਊਗਾ? ਨਹੀਂ ਸਰ, ਸਾਨੂੰ ਨੂੰਹ ਸਾਡੇ ਨਾਲ ਬਹੁਤ ਵਧੀਆ ਸੀ। ਸਾਡੀ ਕੁੜੀ ਨਾਲ ਹੋਸਟਲ 'ਚ ਵਧੀਆ ਗੱਲ ਕਰਦੀ, ਆਪਣੀ ਸੱਸ ਨਾਲ ਵਧੀਆ ਗੱਲ ਕਰਨੀ, ਮੇਰੇ ਨਾਲ ਵਧੀਆ ਗੱਲ ਕਰਨੀ। ਨੂੰਹ ਦਾ ਕੋਈ ਉਸ ਵੇਲੇ ਤੱਕ ਸਾਨੂੰ ਕੋਈ ਪਤਾ ਨਹੀਂ ਲੱਗਿਆ। ਉਹਦੇ ਬਾਅਦ 'ਚ ਜਦੋਂ ਚੱਲ ਗਈ ਆ ਇਹ ਪੱਕੀ ਉੱਥੇ ਮੌਲ 'ਚ ਲੱਗ ਗਈ ਆ। ਤੇ ਮੁੰਡਾ ਸਾਡਾ ਫੀਲਡ 'ਚ ਕੰਮ ਕਰਦਾ ਸੀ। ਉੱਥੇ ਜਾਣ ਨਾਲ ਕੋਈ ਨੇਬਰ ਫੈਮਿਲੀ ਸੀ, ਉਹਨਾਂ ਦੇ ਕੰਡਕਟ 'ਚ ਆ ਕੇ ਔਰ ਆਪਣੀ ਮਾਂ ਦੇ। ਉਹਦੇ ਬਾਅਦ 'ਚ ਇਹ ਕੀ ਕੀਤਾ ਵੀ ਪਿੱਛੋਂ ਇਹਦੇ ਭਰਾ ਦਾ ਪ੍ਰਪੋਜ਼ਲ ਚੱਲਿਆ ਤੇ ਵੀ ਮੇਰੇ ਮੁੰਡੇ ਨੇ ਕਿਹਾ ਵੀ ਡੈਡੀ ਇਹਦਾ ਕਿੱਦਾਂ ਵੀਜ਼ਾ ਲਵਾਓ। ਉਹਨੇ 5-6 ਵਾਰੀ ਆਈਲੈਟ ਕਰਾਈ ਆ। ਬਹੁਤ ਖਰਚਾ ਕੀਤਾ। ਇਹਨੇ ਬਹੁਤੀ ਬਾਹਰੋਂ ਪੈਸਾ ਪਾਉਂਦੀ ਰਹੀ ਹੈ, ਸਾਨੂੰ ਪਤਾ। ਤੇ ਅਸੀਂ ਕਹਿੰਦੇ ਵੀ ਤੁਹਾਨੂੰ ਕਦੇ ਪੈਸਾ ਭੇਜਿਆ ਸੀ ਤੁਹਾਡੀ ਨੂੰਹ ਨੇ ਜਾਂ ਮੁੰਡੇ ਨੇ ਉਦੋਂ ਇਹ ਪੂਰੇ ਸਮੇਂ ਦੇ ਦੌਰਾਨ? ਇਹ ਸਰ ਮੈਂ ਝੂਠ ਨਹੀਂ ਬੋਲਾਂਗਾ, ਕੋਈ 3.5 ਲੱਖ ਦੇ ਲਾਗੇ ਛਾਗੇ ਕੋਈ ਪੈਸੇ ਆਏ ਆ ਇਹਨਾਂ ਦੇ ਟੋਟਲੀ, ਜਿੰਨੇ ਕਿ ਟਰਮ ਦੇ ਵਿੱਚ ਰਹੇ ਆ। ਉਹ ਹੁਣ ਮੁੰਡਾ ਫੀਲਡ 'ਚ ਰਹਿੰਦਾ ਸੀ, ਉਹ ਬਹੁਤੀ ਨੂੰ ਕਹਿੰਦਾ ਸੀ ਵੀ ਲੈ ਦੋਨਾਂ ਦੇ ਪਾ ਦੇ, ਲੇਕਿਨ ਉਹ ਸਾਨੂੰ ਪਾ ਦੇਣੇ ਆ। ਉਹ ਇਹਨਾਂ ਪਰਚੀਆਂ ਖਰੇ ਆਪਣੇ ਕੋਲ ਰੱਖੀਆਂ, ਮੁੰਡੇ ਨੂੰ ਪ੍ਰੂਫ ਦੱਸਦੀ। ਉਹਦੇ ਬਾਅਦ 'ਚ ਇਹਨਾਂ ਕੀ ਕੀਤਾ ਵੀ ਮੁੰਡੇ ਦਾ ਮੈਂ ਜਲੰਧਰ ਲੈ ਕੇ ਨੱਠਿਆ ਰਿਹਾ, ਕੋਈ ਸਾਲ ਨੱਠਿਆ ਰਿਹਾ ਮੁੰਡੇ ਨੂੰ ਲੈ ਕੇ। ਉਹ ਫਾਈਲ ਨਹੀਂ ਸੀ ਲੱਗਦੀ। ਫਿਰ ਫਾਈਲ ਨਹੀਂ ਸੀ ਲੱਗਦੀ ਤੇ ਉਹਨਾਂ ਨਾਲ ਗੱਲ ਕੀਤੀ ਵੀ ਇਹਦੀ ਭੈਣ ਉੱਥੇ ਪੱਕੀ ਆ ਯੂਰਪ 'ਚ। ਉਹ ਕਹਿੰਦੇ ਉੱਥੋਂ ਪੇਪਰ ਮੰਗਾਓ। ਫਿਰ ਇਹ ਹਿੰਨਾ ਦੇ ਪੇਪਰ ਮੰਗਾ ਕੇ ਤੇ 4,500 ਰੁਪਈਆ ਦਿੱਤਾ, ਟਰਾਂਸਲੇਟ ਕਰਾਏ ਆ ਵੀ ਇਹਦੀ ਸਿਸਟਰ ਜਿਹੜੀ ਆ ਉਹ ਪੱਕੀ ਆ, ਉਹ ਇਹਦੀ ਫੀਸ ਪੇਡ ਕਰੇਗੀ। ਔਰ ਆਪਣੇ ਵੱਲੋਂ ਮੈਂ ਸਪੌਂਸਰ ਕੀਤਾ ਵੀ ਮੈਂ ਫੌਜੀ ਪੈਨਸ਼ਨ ਆਇਆ, ਮੈਂ ਇਹਦੀ ਫੀਸ ਪੇਡ ਕਰਾਂਗਾ। ਨੂੰਹ ਦੇ ਭਰਾ ਨੂੰ ਵੀ ਤੁਸੀਂ ਭੇਜਿਆ ਵਾ? ਹਾਂ, ਨੂੰਹ ਦੇ ਭਰਾ ਦੇ ਨਾਲ ਮੈਂ ਸਪੌਂਸਰ ਕੀਤਾ। ਐਫੀਡੇਵਿਟ ਲਾ ਕੇ ਨੂੰਹ ਦੇ ਪੇਪਰ ਮੰਗਾਏ ਆ, ਉਹ ਨਾਲ ਲਾਏ ਆ। ਮੁੰਡੇ ਦਾ ਵੀਜ਼ਾ ਲੱਗ ਗਿਆ। ਵੀਜ਼ਾ ਲੱਗਣ ਤੋਂ ਬਾਅਦ ਮੁੰਡੇ ਦੀ ਫੁੱਲ ਤਿਆਰੀ ਮੈਂ ਕੀਤੀ ਹੈ। ਉਹਨੂੰ ਡਾਲਰ ਲੈ ਕੇ ਦਿੱਤੇ, ਮੇਰੇ ਕੋਲ ਬਿੱਲ ਪਏ ਆ, ਪੁਲਿਸ ਨੂੰ ਦੇ ਦਿੱਤੇ ਆ। ਮੈਂ ਉਹਨੂੰ 에ਅਰ ਟਿਕਟ ਲੈ ਕੇ ਦਿੱਤੀ ਆ। ਟਿਕਟ ਦਾ ਚੱਕਰ ਪੈ ਗਿਆ ਸੀ, ਬਾਇਆ ਕੋਰੀਆ ਹੋ ਕੇ ਉਹਨੂੰ ਭੇਜਿਆ ਤੇ 1 ਲੱਖ ਰੁਪਏ ਦੀ ਟਿਕਟ ਆਈ, 98,000 ਦੀ ਟਿਕਟ ਆਈ। ਇੱਥੋਂ ਤੱਕ ਇੰਡੋ ਕੈਨੇਡੀਅਨ ਦੀਆਂ ਬੱਸ ਦੀਆਂ ਟਿਕਟਾਂ ਵੀ ਮੈਂ ਲੈ ਕੇ ਦਿੱਤੀਆਂ ਉਹਨੂੰ ਦਿੱਲੀ ਤੱਕ। ਆਪ ਉਹਨੂੰ ਇਹਨਾਂ ਦੇ ਘਰੋਂ ਗੱਡੀ ਆਪਣੀ 'ਚ ਸਕੋਰਪੀਓ 'ਚ ਲੈ ਕੇ ਗਏ ਆ। ਵਿਨੋਦ ਦੀ ਮੰਮੀ ਤੇ ਮੈਂ ਜਲੰਧਰੋਂ ਇੰਡੋ ਕੈਨੇਡੀਅਨ 'ਚ ਦਿੱਲੀ ਲਈ ਬਿਠਾ ਕੇ ਆਏ ਅਸੀਂ। ਇੱਥੋਂ ਤੱਕ ਕਰਨ ਤੋਂ ਬਾਅਦ ਵੀ ਫਿਰ ਮੁੰਡਾ ਚੱਲ ਗਿਆ। ਮੁੰਡਾ ਮੇਰੇ ਨਾਲ ਹਫ਼ਤੇ 'ਚ ਡੇਲੀ ਗੱਲ ਕਰਦਾ ਰਿਹਾ। ਉਹਦੇ ਬਾਅਦ 'ਚ ਜਦੋਂ ਦੂਜਾ 2020 ਆ ਗਿਆ, ਮੁੰਡੇ ਨੇ
ਕਰੋਨਾ ਕਰਕੇ ਉੱਥੇ ਚਲੋ ਜੋ ਵੀ ਆ ਮੇਰੇ ਨਾਲ ਕਹਤਾ ਵੀ ਮਾਸੜਾ ਮੈਂ ਫੀਸਾਂ ਅਗਲੇ ਟਰਨ ਦੀਆਂ ਪੂਰੀਆਂ ਕਰ ਲਈਆਂ। ਮੁੰਡਾ ਮੈਨੂੰ ਕਹਿੰਦਾ ਰਿਹਾ ਵੀ ਮਾਸੜਾ ਮੈਂ ਦੁਨੀਆ ਭੁੱਲ ਜਾਵਾਂਗਾ, ਆਪਣਾ ਮਾਂ ਪਿਓ ਭੁੱਲ ਜਾਵਾਂਗਾ, ਤੈਨੂੰ ਨਹੀਂ ਭੁੱਲ ਸਕਦਾ। ਇੱਕ ਤਾਂ ਮੈਨੂੰ ਪਹਿਲੇ ਐਕਸੀਡੈਂਟ 'ਚ ਦੂਜਾ ਜਨਮ ਦਿੱਤਾ ਤੂੰ, ਆ ਦੂਜਾ ਮੇਰੇ ਲਈ ਇੰਨੀ ਨੱਠ ਭੱਜ ਕੀਤੀ ਹੈ। ਸਰ ਮੈਂ ਇੱਥੋਂ ਕੱਪੜੇ ਤੱਕ ਮੁੰਡੇ ਨੂੰ ਠਾਕਰ ਦੀ ਦੁਕਾਨ ਆ ਮਕੇਰੀਆਂ ਥਾਣੇ ਦੇ ਸਾਹਮਣੇ 25,500 ਦੇ ਠਾਕਰਾਂ ਕੋਲੋਂ ਕੱਪੜੇ ਤੱਕ ਲੈ ਕੇ ਦਿੱਤੇ ਆ ਉਹਨੂੰ, ਘਰਦਿਆਂ ਤੋਂ ਚੋਰੀ। ਉਹਦੇ ਬਾਅਦ 'ਚ ਇਹਨਾਂ ਮੁੰਡੇ ਨੂੰ ਜਾਣ ਤੱਕ ਨਗਦ ਪੈਸਾ ਜਿਹੜਾ ਉਹ ਵੀ ਇਹਦੀ ਮਾਂ ਦੇ ਸਾਹਮਣੇ ਅਸੀਂ ਦਿੱਤਾ, ਕੋਈ 3 ਲੱਖ ਦੇ ਕਰੀਬ ਜਿਹੜਾ ਉੱਥੇ ਪਾਇਆ ਹੈ। ਜੇ ਤੁਸੀਂ ਇੰਨਾ ਬਲਕਾਰ ਸਿੰਘ ਜੀ ਕਰਦੇ ਸੀਗੇ, ਲਗਾਤਾਰ ਪੈਸਾ ਲਗਾ ਰਹੇ ਸੀਗੇ, ਚਲੋ ਪਹਿਲਾਂ ਤੇ ਆਪਣੇ ਨੌ ਪੁੱਤ ਤੇ ਲਾਇਆ, ਉਦੋਂ ਨਾ ਤਾਂ ਤੁਹਾਡੇ ਮਾਈਂਡ 'ਚ ਕੋਈ ਇਦਾਂ ਦੀ ਗੱਲ ਸੀਗੀ, ਨਾ ਹੋ ਸਕਦਾ ਉਹਦੇ ਮਾਈਂਡ 'ਚ ਵੀ ਨਾ ਹੋਵੇ। ਫਿਰ ਨੌ ਦੇ ਤੁਸੀਂ ਭਰਾ ਦੇ ਉੱਤੇ ਵੀ ਇੰਨਾ ਪੈਸਾ ਖਰਚ ਰਹੇ ਹੋ, ਕਦੇ ਵੀ ਤੁਹਾਨੂੰ ਅਹਿਸਾਸ ਨਹੀਂ ਹੋਇਆ ਵੀ ਧੋਖਾ ਹੋ ਜਾਊਗਾ ਤੁਹਾਡੇ ਨਾਲ ਜਾਂ ਇਹ ਪੈਸੇ ਵਾਪਸ ਆਉਣਗੇ? ਤੁਹਾਡੀ ਵੀ ਤਾਂ ਜਮ੍ਹਾਂ ਪੂੰਜੀ ਸੀਗੀ, ਇੰਨੀ ਸਾਲ ਤੁਸੀਂ ਵੀ ਫੌਜ ਦੇ ਵਿੱਚ ਨੌਕਰੀ ਕਰਕੇ ਆਏ ਸੀ। ਸਰ ਗੱਲ ਇਸ ਤਰ੍ਹਾਂ ਹੀ, ਮੇਰਾ ਹੀ ਬੱਚਾ ਉਹ ਥੋੜ੍ਹਾ ਇਮਾਨਦਾਰ ਆ ਮੇਰਾ ਮੁੰਡਾ। ਮੇਰੇ ਮੁੰਡੇ ਨੇ ਬੋਲਿਆ ਵੀ ਡੈਡੀ ਇਹ ਗਰੀਬ ਆ, ਅਗਰ ਇਹ ਮੁੰਡਾ ਘਰ ਹੀ ਰਹਿ ਗਿਆ ਤੇ ਇਹ ਪੈਸੇ ਹਮੇਸ਼ਾ ਘਰ ਨੂੰ ਪਾਉਂਦੀ ਰਹੇਗੀ ਤੇ ਇੱਥੇ ਕੰਮ ਖਰਾਬ ਰਹਿਣਾ, ਤੇ ਤੁਸੀਂ ਕਿੱਦਾਂ ਨਾ ਕਿੱਦਾਂ ਕਰਕੇ ਪੈਸਾ ਜਿੰਨਾ ਲੱਗਦਾ ਮੁੰਡੇ ਨੂੰ ਲਾਓ। ਮੁੰਡੇ ਨੇ ਵੀ ਮੈਨੂੰ ਬੋਲਿਆ ਵੀ ਮਾਸਟਰ ਮੈਂ ਤੇਰਾ ਪੈਸਾ 25 ਹਿਸਾਬ ਕਮਾ ਕੇ ਕੈਨੇਡਾ 'ਚੋਂ ਤੇਰਾ ਵਾਪਸ ਕਰਾਂਗਾ। ਇਹ ਮੁੰਡੇ ਦੇ ਬਿਆਨ ਹੀ, ਨਹੀਂ ਤੇ ਮੁੰਡੇ ਨੂੰ ਵੀ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ। ਪੈਸਿਆਂ ਦਾ ਇੰਨਾ ਲੈਣ ਦੇਣ ਹੋਇਆ, ਇਹਦੇ ਹੈਗੇ ਤੁਹਾਡੇ ਕੋਲ ਪ੍ਰੂਫ ਵੀ ਮੈਂ ਪੈਸਾ ਇਹਨਾਂ ਨੂੰ ਗਿਆ, ਮੇਰਾ ਇੱਥੇ ਲੱਗਾ ਸਾਰਾ ਪੈਸਾ ਜਿਵੇਂ ਦੱਸ ਰਹੇ ਹੋ? ਇਹ ਸਰ ਬੈਂਕ ਪੁਲਿਸ ਨੇ ਬੈਂਕ ਸਟੇਟਮੈਂਟਾਂ ਕੱਢੀਆਂ, ਮੇਰੇ ਕੋਲ ਆ 10 ਕਾਪੀਆਂ ਇਹ ਪੈਸੇ ਟ੍ਰਾਂਜੈਕਸ਼ਨ ਦੀਆਂ ਕਾਪੀਆਂ ਮੈਂ ਸਾਂਭ ਕੇ ਰੱਖੀਆਂ ਸੀ। ਮੈਂ ਬਚ ਗਿਆ, ਨਹੀਂ ਤੇ ਜੇ ਮੈਂ ਇਹ ਫਾੜ ਦਿੱਤੀਆਂ ਹੁੰਦੀਆਂ ਤੇ ਫਿਰ ਮੇਰੇ ਪੱਲੇ ਕੁਝ ਨਹੀਂ। ਇਹ ਬੈਂਕ ਨੇ ਸਾਰੀਆਂ ਬੈਂਕ ਦੀਆਂ ਸਟੇਟਮੈਂਟਾਂ ਕੱਢ ਕੇ ਇਹਦੇ ਵਿੱਚੋਂ ਪੈਸਾ ਜਿਹੜਾ ਟ੍ਰਾਂਸਫਰ ਹੋਇਆ ਕੁਝ ਕੱਢਿਆ ਤਾਂ ਉਹ ਸਾਰੇ ਮੇਰੇ ਕੋਲ ਰਿਕਾਰਡ ਹੈ ਇਹਦੇ। ਪੁਲਿਸ ਕੋਲ ਸਾਰੇ ਪੁਲਿਸ ਨੇ ਖੁਦ ਆਪਣੀ ਆਪ ਵੈਰੀਫਾਈਡ ਕਰਨ ਲਈ ਬੈਂਕ 'ਚੋਂ ਸਟੇਟਮੈਂਟਾਂ ਕਢਾਈਆਂ ਇਹਦੀਆਂ, ਤੇ ਜਿਹਦਾ ਬਈ ਮੇਰੇ ਕੋਲ ਆ ਇੱਕ ਪ੍ਰੂਫ ਹੈ ਬੈਂਕ ਦੀਆਂ। ਹੁਣ ਲਾਸਟ ਟਾਈਮ ਨੌ ਦੇ ਨਾਲ ਕਦੋਂ ਗੱਲਬਾਤ ਹੋਈ ਹੈ? ਰਿਸ਼ਤਾ ਕਦੋਂ ਤੁਹਾਡਾ ਜਿਹੜਾ ਹੈ ਉਹਦੇ ਵਿੱਚ ਫ੍ਰਿਕਸ਼ਨ ਆਈ, ਕਦੋਂ ਹੈ ਫ੍ਰਿਕਸ਼ਨ? ਇਦਾਂ ਆਈ ਹੈ ਸਰ, ਮੈਨੂੰ ਇਹ 2020 ਜੁਲਾਈ 'ਚ ਨਾ ਮੈਨੂੰ ਫੋਨ ਆਇਆ ਮੁੰਡੇ ਦਾ, ਕਹਿੰਦਾ ਮਾਸੜ ਜੀ ਵੀ ਗੱਲ ਇਸ ਤਰ੍ਹਾਂ ਵੀ ਮੇਰੀ ਭੈਣ ਜਿਹੜੀ ਆ ਉਹ ਖੂਹ 'ਚ ਡੱਡੂ ਦੀ ਤਰ੍ਹਾਂ ਪੈ ਕੇ ਰਹਿ ਰਹੀ ਆ, ਉਹ ਕਹਿੰਦੀ ਮੈਂ ਆਪਣੀ ਲਾਈਫ ਵਧੀਆ ਜੀਣੀ ਆ, ਮੈਂ ਨਹੀਂ ਰਹਿ ਸਕਦੀ। ਤੇ ਮੈਂ ਉਹਨੂੰ ਬੋਲਿਆ ਵੀ ਪੁੱਤ ਇੱਦਾਂ ਦੀ ਕੋਈ ਗੱਲ ਨਹੀਂ, ਮੈਂ ਗੱਲ ਕਰਾਂਗਾ ਵੀ ਅੱਜ 6 ਸਾਲ ਹੋ ਗਿਆ ਵਿਆਹ ਤੋਂ ਬਾਅਦ, ਅੱਜ ਉਹਨੂੰ ਡੱਡੂ ਦੀ ਤਰ੍ਹਾਂ ਮਹਿਸੂਸ ਹੋ ਰਿਹਾ, ਜਦ ਕਿ ਅਸੀਂ ਸਾਰੀ ਜ਼ਿੰਦਗੀ ਦਾ ਪੈਸਾ ਮੈਂ ਤੁਹਾਡੇ ਪਿੱਛੇ ਲਾਤਾ, ਤੂੰ ਇਹ ਕਿੱਦਾਂ ਦੀ ਗੱਲ ਬੋਲੀ ਆ ਮੈਨੂੰ? ਮੈਂ ਕਿਹਾ ਜਦੋਂ ਤੁਸੀਂ ਜਾਣ ਲੱਗੇ ਮੇਰੇ ਪਲਾਟ ਨਹੀਂ ਵਿਕੇ, ਤੇਰੀ ਨਾਨੀ ਦੇ ਕੋਲ ਤੇਰੀ ਜਿਹੜੇ ਤਲਾਕ ਦਾ 9 ਲੱਖ ਰੁਪਇਆ ਲਿਆ ਸੀ, ਮੈਂ ਤੇਰੀ ਨਾਨੀ ਨੂੰ ਰਿਕੁਐਸਟ ਕੀਤੀ ਆ ਐਜ ਏ ਕੁੜਮ ਵੀ ਮੈਨੂੰ ਪੈਸਾ ਦੇ ਦਿਓ, ਮੈਂ ਪਲਾਟ ਵੇਚ ਕੇ ਦੇ ਦਿਆਂਗਾ। ਤੇਰੀ ਨਾਨੀ ਨੇ 1 ਰੁਪਈਆ ਨਹੀਂ ਦਿੱਤਾ। ਮੈਂ ਉਹਨੂੰ ਇਹ ਗੱਲ ਕਹੀ, ਉਹਦੇ ਬਾਅਦ 'ਚ ਮੁੰਡੇ ਨੇ ਫੋਨ ਕੱਟ ਦਿੱਤਾ ਔਰ ਆਪਣੀ ਭੈਣ ਨੂੰ ਉੱਥੇ ਕੁਝ ਕਹਿ ਦਿੱਤਾ। ਤੇ ਇਹ ਉਦਣ ਰਾਤ ਨੂੰ ਵਿਨੋਦ ਦੇ ਕੰਮ ਤੋਂ ਆਇਆ, ਹਿੰਨਾ ਨੇ ਗਾਲਾਂ ਕੱਢੀਆਂ ਸਾਨੂੰ ਵੀ ਉਹ ਸਾਨੂੰ ਸੁਣਾਉਂਦੇ ਆ ਵੀ ਇੰਨਾ ਪੈਸਾ ਲਾਇਆ, ਸਾਨੂੰ ਟੌਰਚਰ ਕਰਦੇ ਆ ਪੈਸੇ ਬਾਰੇ। ਇਹ ਫਿਰ ਵਿਨੋਦ ਨੇ ਕਿਹਾ ਵੀ ਅਗਲੇ ਨੇ ਪੈਸਾ ਲਾਇਆ ਤੇ ਬੋਲਦਾ ਨਾ, ਜੇ ਨਹੀਂ ਲਾਇਆ ਹੁੰਦਾ ਤੇ ਨਾ ਬੋਲਦਾ, ਲਾਇਆ ਨਾ ਤੇ ਤੁਸੀਂ ਉਹਦੇ ਪੈਸੇ ਵਾਪਸ ਕਰ ਦਿਓ ਮੁੰਡੇ ਨੂੰ ਕਹੋ। ਉਹਦੇ ਬਾਅਦ 'ਚ ਇਹਨਾਂ ਦੀ ਆਪੋ ਤੂੰ ਮੈਂ ਹੋਈ ਆ, ਹਿੰਨਾ ਨੇ ਉਹਦੇ ਬੇਲਣਾ ਮਾਰਿਆ, ਉਹਦੇ ਬਾਲ ਫੜ ਕੇ ਚਪੇੜ ਮਾਰੀ ਆ। ਇਹ ਪਹਿਲੇ ਪ੍ਰੀ ਪਲਾਨਡ ਸੀ ਉੱਥੇ, ਇਹ ਦੌੜ ਕੇ ਬਾਹਰ ਨਿਕਲੀ ਆ। ਦੂਜੇ ਵਾਲਿਆਂ ਨੇ ਜਿਹੜੇ ਕੰਡਕਟ 'ਚ ਸੀ ਇਹਦੇ, ਉਹ ਝੀਰ ਆ ਇੱਥੋਂ ਦੇ ਕਪੂਰਥਲੇ ਦੇ, ਉਹਨਾਂ ਦੀ ਫੈਮਿਲੀ ਆ, ਉਹਨਾਂ ਦਾ ਇੱਕ ਨਿੱਕਾ ਮੁੰਡਾ ਹੈ, ਉਹ ਕੰਡਕਟ 'ਚ ਇਹਨਾਂ ਦੇ ਨਾਲ। ਹਾਂ, ਤੇ ਉਹ ਉਹਨਾਂ ਨੇ ਤੇ ਲਾਗੇ ਜਿਹੜੇ ਮਾਲਕ ਹੈ, ਮਾਲਕਾਂ ਕੋਲੋਂ ਫੋਨ ਫਾਨ ਉੱਥੇ ਕਰਾਤਾ। ਪੁਲਿਸ ਆ ਗਈ ਹੈ, ਸਾਡੇ ਮੁੰਡੇ ਇਹਨੂੰ ਪੁਲਿਸ ਲੈ ਗਈ ਹੈ, ਜਿਹਦੇ ਵਿੱਚ ਸਾਡੇ ਇੱਥੇ ਲਾਗੇ ਇੱਕ ਰਾਜਨ ਹੈ ਮੁੰਡਾ, ਸਾਡੇ ਪਿੰਡ ਦੇ ਹੀ ਹੈ, ਉਹ ਉਹਨਾਂ ਦਾ ਵੀ ਹੱਥ ਹੈ। ਉਹ ਕਾਰ ਦੇ ਵਿੱਚ ਲੈ ਕੇ ਕੁੜੀ ਨੂੰ ਪੁਲਿਸ ਸਟੇਸ਼ਨੋਂ ਉਹਨਾਂ ਦੇ ਘਰ ਰਾਤ ਨੂੰ ਛੱਡ ਕੇ ਆ ਗਿਆ। ਉਹ ਰਾਜਨ ਬੁੱਲਾ ਉਹਨੂੰ ਕਹਿੰਦੇ ਆ, ਉਹ ਛੱਡ ਕੇ ਆ ਗਿਆ ਰਾਤ ਨੂੰ ਕਾਰ ਦੇ ਵਿੱਚ ਚੋਰੀ, ਔਰ ਇਹਨੂੰ ਕਹਿ ਦਿੱਤਾ ਵੀ ਉਹ ਤੇਰੀ ਜਨਾਨੀ ਪੁਲਿਸ ਸਟੇਸ਼ਨ ਹੈ, ਜਦ ਕਿ ਉਹ ਖੁਦ ਕੁੜੀ ਨੂੰ ਉੱਥੇ ਛੱਡ ਕੇ ਆਇਆ। ਇਹ ਮਿਲੀ ਭਗਤ ਆ ਉੱਥੇ ਸਾਰੀ। ਉਹਦੇ ਬਾਅਦ ਚ ਪਤਾ ਲੱਗਿਆ ਜਦੋਂ ਕੁੜੀ ਦੂਜੇ ਦਿਨ ਜਾ ਕੇ ਸਾਡੇ ਕੋਈ ਬੰਦੇ ਉੱਥੇ ਹੀ ਅਲੀਪੁਰ ਤੋਂ ਰਿਸ਼ਤੇਦਾਰ ਉਹ ਗਏ ਆ, ਉਹਨੂੰ ਉੱਥੋਂ ਲਿਆਂਦਾ ਸਰਦਾਰ ਉਹਨਾਂ ਦੇ ਘਰੋਂ, ਝੀਰਾਂ ਦੇ ਘਰੋਂ। ਤੇ ਉਹਦੇ ਬਾਅਦ 'ਚ ਜਿਹੜੇ ਲਿਆਂਦਾ, ਉਹਦੇ ਬਾਅਦ 'ਚ ਫਿਰ ਉਹ ਬੁੱਲੇ ਨਾਲ ਲੜਾਈ ਹੋਈ ਵੀ ਤੂੰ ਕਿਉਂ ਲੈ ਕੇ ਗਿਆ। ਫਿਰ ਉਹ ਸਰਦਾਰਾਂ ਨਾਲ ਲੜਾਈ ਹੋਈ ਆ ਵੀ ਤੁਸੀਂ ਲੈ ਕੇ ਆਏ, ਉਹ ਕਹਿੰਦੇ ਨਹੀਂ ਇਹ ਬੁੱਲਾ ਛੱਡ ਕੇ ਆਇਆ ਸਾਡੇ ਘਰ। ਫਿਰ ਇਹ ਪਤਾ ਲੱਗਿਆ ਵੀ ਉਹ ਜਿਹੜਾ ਬੁੱਲਾ ਰਾਜਨ ਹੈ, ਉਹ ਮਤਲਬ ਇਹ ਸਾਰੀ ਉੱਥੇ ਗੈਂਗ ਬਣੀ ਪਈ ਹੈ ਇਹਨੂੰ ਖਰਾਬ ਕਰਨ ਨੂੰ। ਉਹਦੇ ਵਿੱਚ ਸਭ ਤੋਂ ਜ਼ਿਆਦਾ ਇਹਦੀ ਮਾਂ ਦਾ ਹੱਥ ਹੈ। ਫਿਰ ਉਹਦੇ ਬਾਅਦ 'ਚ ਸਰ ਕੀ ਕੀਤਾ ਵੀ ਇਹ ਕਿੰਨੀਆਂ ਛੁੱਟੀਆਂ ਤੁਹਾਡੇ ਕੋਲ ਆਈ ਇੱਥੇ ਘਰੇ ਤੁਹਾਡੀ ਨੂੰਹ ਤੇ ਮੁੰਡਾ? ਇਹ ਇੱਕ ਹੀ ਛੁੱਟੀ ਆਈ ਹੈ ਸਾਡੇ ਕੋਲ। ਮੈਂ
ਇਹ ਉਹਦੇ ਵਿੱਚ ਇਹਨ ਕੁੜੀ ਨੇ ਕਿਹਾ ਵੀ ਡੈਡੀ ਮੈਂ ਆਪਣੇ ਪਿਓ ਨੂੰ ਸੱਦਣਾ। ਜਦੋਂ ਇਹ ਹਰਾਸਮੈਂਟ ਤੋਂ ਪਹਿਲੇ ਇਹਨੇ ਪਹਿਲੇ ਆਪਣੀ ਸੱਸ ਨੂੰ ਫੋਨ ਕੀਤਾ ਵੀ ਮੇਰੇ ਸਰਟੀਫਿਕੇਟ ਜਿਹੜੇ ਆ ਉਹ ਸਾਰੇ ਈਮੇਲ ਕਰਾਓ ਡੈਡੀ ਨੂੰ। ਇਹਨੇ ਕਿਹਾ ਵੀ ਪੁੱਤ ਪਹਿਲੇ ਤੁਹਾਡੇ ਤੇ ਪੈਸੇ ਲਾਏ, ਤੇਰਾ ਭਰਾ ਭੇਜਿਆ, ਉਹ ਖਰਚਾ ਕੀਤਾ, ਸਾਡੀ ਕੁੜੀ ਜਵਾਨ ਆ, ਅਸੀਂ ਕੁੜੀ ਵਿਆਹੁਣੀ ਆ, ਉਹਦੇ ਬਾਅਦ 'ਚ ਤੂੰ ਆਪਣਾ ਪਿਓ ਲੈ ਜਾਓ, ਮਾਂ ਲੈ ਜਾਓ, ਸਾਨੂੰ ਨਹੀਂ ਟੈਨਸ਼ਨ ਕੋਈ। ਤਾਂ ਇਹਨ ਕੱਟ ਕਰਤਾ ਤੇ ਫਿਰ ਮੇਰੇ ਤੇ ਫੋਨ ਤੇ ਕੀਤਾ। ਫਿਰ ਮੈਂ ਕਿਹਾ ਪੁੱਤ ਗੱਲ ਸੁਣੋ, ਅਸੀਂ ਤੁਹਾਡੇ ਤੇ ਇੰਨਾ ਖਰਚਾ ਕਰ ਦਿੱਤਾ, ਸਾਡੇ ਕੋਲ ਪੈਸਾ ਨਹੀਂ, ਅਸੀਂ ਕੁੜੀ ਵਿਆਹੁਣੀ ਆ, ਰਿਸ਼ਤਾ ਅਸੀਂ ਦੇਖ ਲਿਆ ਤੇ ਕੁੜੀ ਵਿਆਹ ਦਿੰਦੇ, ਮਾਰਚ ਤੱਕ ਤੂੰ ਆਪਣੇ ਪਿਓ ਨੂੰ ਲੈ ਜਾ, ਮਾਂ ਨੂੰ ਲੈ ਜਾ, ਜਿਹਨੂੰ ਮਰਜ਼ੀ ਲੈ ਜਾ, ਸਾਨੂੰ ਕੋਈ ਟੈਨਸ਼ਨ ਨਹੀਂ। ਇਹਨ ਕੱਟ ਕਰ ਦਿੱਤਾ। ਉਹਦੇ ਬਾਅਦ 'ਚ ਇਹ ਸਾਰੀ ਪ੍ਰੋਬਲਮ ਚੱਲੀ ਹੈ ਇੱਥੋਂ। ਉਹ ਸਾਰੀ ਇਹਦੀ ਚਾਲ ਹੀ ਇਹਦੀ ਮਾਂ ਦੀ ਵੀ ਪਿਓ ਨੂੰ ਲੈ ਜਾ ਤੇ ਇਹਨੂੰ ਛੱਡ ਦੇ। ਤੁਹਾਨੂੰ ਨਹੀਂ ਕਦੀ ਕਿਹਾ ਵੀ ਤੁਹਾਨੂੰ ਵੀ ਲੈ ਕੇ ਜਾਣਾ? ਨਹੀਂ, ਸਾਡੇ ਨਾਲ ਸਾਨੂੰ ਕਦੇ ਕੁਝ ਨਹੀਂ ਕਿਹਾ, ਸਾਡੇ ਨਾਲ ਕੋਈ ਨਹੀਂ। ਇਹ ਸਾਰੀ ਪਲਾਨ ਇਹਦੀ ਮਾਂ ਦੀ ਹੈ ਔਰ ਮਾਂ ਪ੍ਰੀ ਪਲਾਨਡ ਹੀ ਵੀ ਤੂੰ ਪਿਓ ਨੂੰ ਉੱਥੇ ਲੈ ਜਾਏਂਗੀ, ਪਿਓ ਨੂੰ ਲੈ ਜਾ, ਮੈਂ ਵੀ ਆ ਜਾਣਾ, ਪਿਓ ਭਰਾ ਤੇਰਾ ਕੈਨੇਡਾ, ਇਹ ਸਾਡਾ ਕੀ ਕਰ ਲੈਣਗੇ, ਅਸੀਂ ਚੱਲ ਜਾਣਾ ਇੱਥੋਂ। ਅੱਛਾ, ਤੁਸੀਂ ਇੱਕ ਹੋਰ ਲਿਸਟ ਇੱਥੇ ਸੀਗੀ ਤੁਸੀਂ ਫੜੀ ਸੀਗੀ ਜਿਹਦੇ ਵਿੱਚ ਤੁਸੀਂ ਕੁਝ ਡਾਟਾਜ਼ ਲਿਖੇ ਨੇ ਵੀ ਜਿਹੜੇ ਵੈਸਟਰਨ ਯੂਨੀਅਨ ਦੇ ਵਿੱਚੋਂ ਪੈਸੇ ਟ੍ਰਾਂਸਫਰ ਹੋਏ ਨੇ। ਹਾਂ ਸਰ, ਉਹ ਲਿਸਟ ਇੱਥੇ ਪਈ ਹੈ। ਉਹ ਫਿਰ ਤੁਸੀਂ ਉਹ ਪੈਸੇ ਹੀ ਨਾ ਆਪਣੇ ਘਰ ਪਾਉਂਦੀ ਰਹੀ, ਤੁਹਾਨੂੰ ਨਹੀਂ ਪਾਉਂਦੀ ਰਹੀ, ਜਦ ਕਿ ਬੇਟਾ ਤੁਹਾਡਾ ਕਹਿੰਦਾ ਸੀਗਾ। ਉਹ ਸਰ ਉਹ ਇਦਾਂ ਵੀ ਮੁੰਡੇ ਦੇ ਮੇਰੇ ਨਾਲ ਕਨੈਕਟ ਸੀ। ਮੁੰਡੇ ਨੂੰ ਮੈਂ ਪੁੱਛਿਆ ਸੀ ਕਿੱਥੋਂ, ਤੇ ਉਹ ਮੁੰਡਾ ਕਹਿੰਦਾ ਵੀ ਮਾਸੜਾ ਜਿਹੜੇ ਪੈਸੇ ਆ ਉਹ ਵੈਸਟਰਨ ਯੂਨੀਅਨ 'ਚ ਆਉਂਦੇ ਆ, ਦੀਦੀ ਭੇਜਦੀ ਆ। ਵਿੱਚ ਉਹ ਹਿੰਨਾ ਨੇ ਮੇਰੇ ਨਾਲ ਗੱਲ ਕੀਤੀ ਸੀ ਵੀ ਡੈਡੀ ਆ ਤੁਸੀਂ ਇੱਕ ਜਾਮਣੀ ਭਰੋ ਤੇ ਇੱਕ ਬੰਦੇ ਕੋਲ ਮੈਂ ਲੱਖ ਰੁਪਈਆ ਲੈਣਾ। ਤੋ ਉਹ ਸਰਦਾਰ ਸਾਡੇ ਘਰ ਆਇਆ ਸੀ 2-3 ਵਾਰ, ਮੇਰੇ ਨਾਲ ਕਲੋਜ਼ ਸੀ, ਉਹ ਜਿਨ੍ਹਾਂ ਨੇ ਇਹਦੀ ਸਪੋਰਟ ਕੀਤੀ ਆ। ਮੈਂ ਉਹਨੂੰ ਫੋਨ ਤੇ ਕਿਹਾ, ਉਹ ਮੇਰੀ ਫੋਨ ਰਿਕਾਰਡਿੰਗ ਵੀ ਨਿਕਲ ਜਾਣੀ ਹੈ, ਉਹ ਫੋਨ ਤੇ ਮੈਂ ਉਹਨਾਂ ਨੂੰ ਕਿਹਾ ਵੀ ਲੱਖ ਰੁਪਈਆ ਦੇ ਦਿਓ, ਅਗਰ ਇਹ ਨਹੀਂ ਦੇਣਗੇ ਤਾਂ ਮੈਂ ਤੁਹਾਡੇ ਪਿਓ ਦੇ ਅਕਾਊਂਟ 'ਚ ਪਾ ਦਿਆਂਗਾ। ਉਹ ਉਸ ਵੇਲੇ ਉਧਰੋਂ ਪਾਈ ਆ ਤੇ ਉਹ ਮੈਨੂੰ ਪਤਾ ਹੈ ਵੀ ਇਹਨਾਂ ਦੀ ਵੈਸਟਰਨ ਯੂਨੀਅਨ ਕਾਨੋਵਾਲ ਗਈ ਆ, ਉਹਦੇ ਕੋਲ ਪੈਸੇ ਆਉਂਦੇ ਆ। ਉਹ ਮੈਨੂੰ ਸਿਰਫ ਉਹ ਮੁੰਡੇ ਨੇ ਮੈਨੂੰ ਹਿੰਟ ਦਿੱਤਾ ਸੀ ਥੋੜਾ ਜਿਹਾ। ਅੱਛਾ, ਉਹ ਫਿਰ ਵੈਸਟਰਨ ਯੂਨੀਅਨ ਤੋਂ ਸਾਰਾ ਭੇਦ ਖੁੱਲਾ ਵੀ ਪੈਸੇ ਕਿਵੇਂ? ਹਾਂ, ਵੈਸਟਰਨ ਯੂਨੀਅਨ ਤੋਂ ਤੁਹਾਡੇ ਸਾਹਮਣੇ ਉਹ ਡਿਟੇਲ ਹੈ। ਉਹ ਤਕਰੀਬਨ 3-4 ਮਹੀਨਿਆਂ ਦੇ ਵਿੱਚ 2.5 ਲੱਖ ਰੁਪਏ ਦੀ ਉਹ ਡਿਲੀਵਰੀ ਉੱਥੋਂ ਮਿਲ ਗਈ ਹੈ। ਉਹ ਜਿਹੜੀ ਪੁਲਿਸ ਨੇ ਉਹਦੇ ਬਾਅਦ 'ਚ ਇਹਨਾਂ ਨੂੰ ਪਤਾ ਲੱਗ ਗਿਆ ਤੇ ਇਹਨਾਂ ਨੇ ਫਿਰ ਉਹ ਯੂਨੀਅਨ ਚੇਂਜ ਕਰ ਲਈ ਹੈ। ਉਹ ਵੈਸਟਰਨ ਯੂਨੀਅਨ ਚੇਂਜ ਕਰਕੇ ਤੇ ਦੂਸਰੀ ਜਗ੍ਹਾ ਉਹ ਪੈਸੇ, ਉਹ ਸ਼ੁਰੂ ਤੋਂ ਹੀ ਪੈਸੇ ਪਾਉਂਦੀ ਸੀ ਆਪਣੀ ਮਾਂ ਨੂੰ। ਤੁਸੀਂ ਆਪਣੀ ਜਮ੍ਹਾਂ ਪੂੰਜੀ ਸਾਰੀ ਇਹਨਾਂ ਤੇ ਲਗਾਈ ਗਏ ਵਿਸ਼ਵਾਸ ਕਰਕੇ? ਬਿਲਕੁਲ ਸਰ, ਅਸੀਂ ਬਿਲਕੁਲ ਖਤਮ ਹੋ ਗਏ। ਅਸੀਂ ਬਿਲਕੁਲ ਅੱਜ ਦੀ ਡੇਟ 'ਚ ਬੈਂਕ ਤੋਂ ਮੈਂ ਲੋਨ ਲੈ ਕੇ ਚੱਲ ਰਿਹਾ ਪੈਨਸ਼ਨ ਦਾ। ਮੈਂ ਜਦ ਕਿ ਇੰਨਾ ਪੈਸਾ ਲੈ ਕੇ ਆਇਆ ਸੀ ਔਰ ਅੱਜ ਮੈਂ ਬਿਲਕੁਲ ਖਾਲੀ ਬੈਠਾ। ਪਛਤਾਵਾ ਆਉਂਦਾ ਪੂਰੇ ਇਸ ਚੀਜ਼ ਤੋਂ ਵੀ ਮੈਂ ਇੰਨੀ ਚਿਰ ਮਿਹਨਤ ਕੀਤੀ ਔਰ ਅੱਜ ਮਿਹਨਤ ਦਾ ਕੁਝ ਹੱਥ ਪੱਲੇ ਵੀ ਨਹੀਂ ਪਿਆ? ਨਹੀਂ ਸਰ, ਇਹਨਾਂ ਨੇ ਮੇਰੇ ਨਾਲ ਬਹੁਤ ਧੱਕਾ ਕੀਤਾ। ਮੈਂ ਕੁੜੀ ਨੂੰ ਸੱਦਿਆ ਵੀ ਮੇਰਾ ਕੁੜੀ ਦਾ ਵਿਆਹ ਸੀ ਪਿਛਲੇ ਸਾਲ 2020 'ਚ, ਇਹ ਵਹੁਟੀ ਨਹੀਂ ਆਈ। ਇਹਨੇ ਸਟੈਪ ਲਿਆ, ਇਹ ਸੈਪਰੇਟ ਹੋ ਗਈ ਮੁੰਡੇ ਕੋਲ। ਇਹ ਸੈਪਰੇਟ ਰਹਿ ਗਈ ਮੁੰਡਾ। ਫਿਰ ਇਹਨ ਕੋਰਟ 'ਚ ਕੇਸ ਲੱਗ ਗਿਆ। ਚਲੋ ਠੀਕ ਹੈ, ਮੈਂ ਮੁੰਡੇ ਨੂੰ ਕਿਹਾ ਤੂੰ ਕੋਰਟ 'ਚੋਂ ਪਰਮਿਸ਼ਨ ਲੈ ਕੇ, ਅਸੀਂ 3-4 ਵਾਰ ਗਏ ਘਰ ਦੇ। ਇਹਦੀ ਮਾਂ ਨੂੰ ਡੱਬਾ ਦਿੱਤਾ, ਕਹਿੰਦੀ ਕੋਈ ਨਹੀਂ ਸੋਲਵ ਹੋ ਜਾਣਾ, ਅਸੀਂ ਵਿਆਹ 'ਚ ਆਵਾਂਗੇ। ਇਹਦਾ ਮਾਂ ਪਿਓ ਵਿਆਹ 'ਚ ਨਹੀਂ ਆਇਆ, ਇਹ ਸੈਪਰੇਟ ਚਲੀ ਗਈ ਹੈ। ਉਹਦੇ ਬਾਅਦ 'ਚ ਕੁੜੀ ਦੇ ਵਿਆਹ ਤੋਂ ਬਾਅਦ ਮੁੰਡਾ ਸਾਡਾ ਆਇਆ ਸੀ 20 ਦਿਨ ਦੀ ਪਰਮਿਸ਼ਨ, ਇੱਥੇ ਲੋਕਡਾਊਨ ਲੱਗ ਗਿਆ, ਉਹ ਥੋੜਾ ਡਿਲੇ ਹੋ ਗਿਆ। ਪਿੱਛੋਂ ਉਹਨੂੰ ਤਰੀਕਾਂ ਪੈ ਗਈਆਂ, ਉੱਥੋਂ ਉਹਦੀਆਂ ਚਿੱਠੀਆਂ ਲਗਾ ਲਈਆਂ ਇਹਨਾਂ ਨੇ। ਮੁੰਡਾ 2 ਤਰੀਕਾਂ ਡਿਲੇ ਪਹੁੰਚਿਆ, ਜਿਹਦੇ ਕਰਕੇ ਉਹਨੂੰ ਉੱਥੇ ਵੀ ਵਕੀਲ ਕਰਨਾ ਪਿਆ ਤੇ ਤਕਰੀਬਨ ਉੱਥੇ ਵੀ ਸਾਡਾ 5-6 ਲੱਖ ਰੁਪਈਆ ਲੱਗ ਗਿਆ। ਅੱਛਾ, ਤੁਸੀਂ ਹੁਣ FIR ਦਰਜ ਕਰਵਾਈ ਹੈ, ਤੁਹਾਨੂੰ ਵੀ ਡਰਾਵਾ ਦਿੰਦੇ ਸੀਗੇ ਵੀ ਤੁਹਾਡੇ ਤੇ ਪਰਚਾ ਦਰਜ ਕਰਾਵਾਂਗੇ? ਮੇਰੇ ਤੇ ਇਹਦੀ ਮਾਂ ਨੇ, ਮੈਂ ਫਿਰ ਹਾਈ ਕੋਰਟ 'ਚੋਂ ਜਾ ਕੇ ਵਕੀਲ ਕਰਕੇ ਤੇ ਕੇਸ ਲਾਇਆ ਸਾਰੇ। ਜਿਹੜੇ ਇਹਨੂੰ ਥਾਣੇ ਜਾਂ ਹੁਸ਼ਿਆਰਪੁਰ NRI ਵਿੰਗ 'ਚ ਸੱਦਿਆ, SSP ਦੇ, ਉੱਥੇ ਗਈ ਨਹੀਂ, NRI ਵਿੰਗ 'ਚ ਗਈ ਆ। ਡਿਪਟੀ ਦੇ ਨਹੀਂ, ਇੱਕ ਵਾਰੀ ਡਿਪਟੀ ਦੇ ਆਈ ਆ ਤੇ ਇੱਕ ਵਾਰੀ ਥਾਣੇ ਆਈ ਆ। ਮੁੜ ਕੇ ਜਿਹੜੇ ਥਾਣੇ ਆਈ ਆ ਤੇ ਉੱਥੇ ਇਹ ਕਹਿੰਦੀ ਆ ਵੀ ਕੋਈ ਉਹ ASI ਨੇ ਮੈਨੂੰ ਦੱਸਿਆ ਵੀ 7-8 ਲੱਖ ਦੇ ਲਾਗੇ ਛਾਗੇ ਸਾਹਿਬ ਇਹ ਦਿੰਦੀ ਆ ਤੇ ਕਹਿੰਦੀ ਕੰਪਰੋਮਾਈਜ਼ ਕਰੋ ਤੇ ਸਾਨੂੰ ਤਲਾਕ ਦੇ ਦਿਓ। ਤੇ ਮੈਂ ਕਿਹਾ ਮੇਰਾ ਤਾਂ ਲੱਗ ਗਿਆ 38-40 ਲੱਖ ਰੁਪਈਆ ਤੇ ਮੈਂ ਤਾਂ 8 ਲੱਖ ਦੇ ਕਿੱਦਾਂ ਕਰਦਾ। ਉਹਦੇ ਬਾਅਦ 'ਚ ਇਹਨ ਕੀ ਕੀਤਾ, ਮੇਰੇ ਤੇ ਜਾ ਕੇ ਉੱਥੋਂ ਗੁਰਦਾਸਪੁਰ ਕੋਰਟ 'ਚ ਕੇਸ ਲਾਤਾ ਵੀ ਮੈਨੂੰ ਪੁਲਿਸ ਕੋਲੋਂ ਟੌਰਚਰ ਕਰਨ ਦਾ ਹਰਾਸਮੈਂਟ ਹੈ ਔਰ ਇਹ ਕੇਸ ਨੂੰ ਸਟੇ ਕੀਤਾ ਜਾਏ। ਉਹ ਮੇਰਾ ਚੱਲ ਰਿਹਾ ਅਜੇ ਕੇਸ। ਤੇ ਉਹਦੇ ਬਾਅਦ 'ਚ ਮੈਂ ਪਰੇਸ਼ਾਨ ਹੋ ਗਿਆ। ਫਿਰ ਉਹ ਇੱਥੋਂ ਥਾਣਿਓਂ ਕੇਸ ਚੱਲਦਾ ਰਿਹਾ, ਇਨਵੈਸਟੀਗੇਸ਼ਨਾਂ ਚੱਲਦੀਆਂ ਰਹੀਆਂ। ਇਹਨੂੰ 4-5 ਪਰਵਾਨੇ ਭੇਜੇ, ਇਹ ਹਾਜ਼ਰ ਨਹੀਂ ਹੋਈ, ਨਾ ਡਿਪਟੀ ਦੇ ਨਾ। ਉਹਦੇ ਬਾਅਦ 'ਚ ਫਿਰ SSP ਦੇ ਮੈਂ ਹਾਜ਼ਰ ਹੋਇਆ, ਇਹ ਕਿਤੇ ਨਹੀਂ ਗਈ, ਕਹਿੰਦੀ ਮੈਂ ਕੋਈ ਬਿਆਨ ਨਹੀਂ ਦੇਣੇ। ਫਿਰ ਪੁਲਿਸ ਨੇ ਸਾਰੀ SSP ਨੇ ਮਾਰਕ ਕੀਤਾ ਵੀ ਇਹ ਪੂਰੀ ਇਹਦੀ ਇਨਵੈਸਟੀਗੇਸ਼ਨ ਕਰੋ। ਪੁਲਿਸ ਉਹਨਾਂ ਨੇ ਸਾਰੇ ਮੇਰੇ ਬੈਂਕ ਡਿਟੇਲ ਇਹਦੇ, ਫਿਰ ਇਹਦੇ ਵਿੱਚ ਇਹਦੇ 2 ਆਧਾਰ ਕਾਰਡ ਹੈ ਜਿਹਦੇ ਤੋਂ ਮੇਨ ਇਹ ਬੰਦੀ ਫਰਾਡ ਜਨਾਨੀ।
ਇਹ ਜਿਹੜੀ ਉਹਦੀ ਮਾਂ ਵੈ ਮਾਂ ਇਹਦੇ 2 ਆਧਾਰ ਕਾਰਡ ਹੈ। ਜਿਹੜਾ ਸਾਡਾ ਮੈਰਿਜ 'ਚ ਚੱਲਦਾ, ਮੈਰਿਜ ਸਰਟੀਫਿਕੇਟ 'ਚ ਹੈ, ਜਾਂ ਹਿੰਨਾ ਦੇ ਜੋ ਸਾਡੇ ਕੋਲ ਡਾਕੂਮੈਂਟ ਆ, ਮੇਰੇ ਕੋਲ ਸਾਰੇ ਸਰਟੀਫਿਕੇਟ ਆ ਉਹਦੇ, ਜਨਮ ਸਰਟੀਫਿਕੇਟ ਤੋਂ ਲੈ ਕੇ 10ਵੀਂ ਦਾ 12ਵੀਂ ਦਾ ਜਨਮ ਸਰਟੀਫਿਕੇਟ, ਉਹਦੇ ਵਿੱਚ ਇਹਦਾ ਨਾਂ ਸੁਸ਼ਮਾ ਹੈ। ਅੱਛਾ। ਜਦੋਂ ਮੇਰੇ ਤੇ ਕੇਸ ਲਾਇਆ, ਉਹ ਕੇਸ ਦਾ ਸਾਡੇ ਕੋਲ ਬੰਦਾ ਆਇਆ, ਉਹਦੇ ਤੇ ਤ੍ਰਿਸ਼ਲਾ ਲਿਖਿਆ। ਅੱਛਾ। ਤਾਂ ਮੈਂ ਬੋਲਿਆ ਇਹਦੀ ਮਾਂ ਦਾ ਨਾਂ ਸੁਸ਼ਮਾ ਹੈ, ਹੁਣ ਇਹ ਤ੍ਰਿਸ਼ਲਾ ਹੋ ਗਈ ਹੈ। ਵੈਸੇ ਮੈਨੂੰ ਥੋੜਾ ਹਿੰਟ ਹੀ, ਕਿਉਂਕਿ ਮੁੰਡੇ ਦੇ ਡਾਕੂਮੈਂਟਾਂ 'ਚ ਪਾਸਪੋਰਟ 'ਚ ਤ੍ਰਿਸ਼ਲਾ ਨਾਂ ਲਿਖਿਆ ਸੀ। ਅੱਛਾ। ਉਹ ਵੀ ਤੁਹਾਨੂੰ ਲੱਗਦਾ ਵੀ ਉਹ ਵੀ ਹੇਰਾਫੇਰੀ ਕਿਸੇ ਕਾਰਨ ਵਾਸਤੇ ਕੀਤੀ ਹੋਈ, ਇਹਨਾਂ ਨੇ ਨਾਂ ਬਦਲਿਆ ਜਿਹੜਾ? ਉਹ ਸਰ ਹੁਣ ਮੈਨੂੰ ਪਤਾ ਨਹੀਂ, ਇਹਦੇ ਕੋਲ ਪਿਛਲੇ 30 ਸਾਲ ਤੋਂ ਇਹ 2 ਆਈਡੀਆਂ ਯੂਜ਼ ਕਰ ਰਹੀ ਆ। ਉਹ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਹੈ ਇਹਦੀ, ਪੈਰਾਮਿਡ ਤੋਂ ਇਹਦੀ ਡਿਟੇਲ ਜਿੱਲੇ ਕਢਾਈ ਹੈ ਮੁੰਡੇ ਦੇ ਨਾਲ, ਉਹ ਸਾਰਾ ਤ੍ਰਿਸ਼ਲਾ ਦੇ ਨਾਂ ਤੇ, ਮੁੰਡੇ ਦੇ ਨਾਂ ਤੇ ਜਨਮ ਸਰਟੀਫਿਕੇਟ ਤੋਂ ਲੈ ਕੇ ਲਾਸਟ ਤੱਕ ਤ੍ਰਿਸ਼ਲਾ, ਤੇ ਜਿਹੜੀ ਕੁੜੀ ਆ ਉਹਦੇ ਨਾਂ ਸ਼ੁਰੂ ਤੋਂ ਲੈ ਕੇ ਤ੍ਰਿਸ਼ਲਾ ਸੁਸ਼ਮਾ। ਉਹਦੇ ਬਾਅਦ 'ਚ ਉਹਨਾਂ ਨੇ ਫੂਡ ਸਪਲਾਈ ਦਫ਼ਤਰ 'ਚੋਂ ਇਹਦਾ ਡਿਟੇਲ ਕਢਾਈ ਹੈ ਪੁਲਿਸ ਨੇ, ਭਈ ਰਾਸ਼ਨ ਕਿਹੜੇ ਨਾਂ ਤੇ ਲੈਂਦੀ ਆ, ਉੱਥੋਂ ਇਹ ਤ੍ਰਿਸ਼ਲਾ ਲੈਂਦੀ ਆ। ਵੈਸਟਰਨ ਯੂਨੀਅਨ 'ਚੋਂ ਇਹਦਾ ਡਿਟੇਲ ਕਢਾਈ ਹੈ, ਉਹਦੇ ਵਿੱਚ ਤ੍ਰਿਸ਼ਲਾ ਨਾਂ ਤੇ ਪੈਸੇ ਆਉਂਦੇ ਆ, ਸੁਸ਼ਮਾ ਤੇ ਵੀ ਆਉਂਦੇ ਆ, ਤ੍ਰਿਸ਼ਲਾ ਤੇ ਵੀ ਆਉਂਦੇ ਆ। ਅੱਛਾ। ਇਹ ਜਦੋਂ ਇਹ ਸਾਰਾ ਕੁਝ ਝਗੜਾ ਪੈ ਗਿਆ ਸੀ ਸਾਰਾ, ਕਦੀ ਨੂੰਹ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਆਪਾਂ ਬਹਿ ਕੇ ਇਸ ਚੀਜ਼ ਨੂੰ ਸੋਲਵ ਕਰ ਲਈਏ, ਘਰ ਖਰਾਬ ਹੋ ਰਿਹਾ ਸਾਰਾ? ਨਹੀਂ ਸਰ, ਸਾਡੇ ਨੂੰਹ ਨੇ ਜਿੱਦਣ ਝਗੜਾ ਹੋ ਗਿਆ, ਸਾਡੇ ਨੰਬਰ ਟੋਟਲ ਬਲੌਕ ਕਰ ਦਿੱਤੇ ਹਨ। ਉਹਦੇ ਭਰਾ ਨੇ ਮੇਰਾ ਨੰਬਰ ਬਲੌਕ ਕਰ ਦਿੱਤਾ, ਨੂੰਹ ਨੇ ਬਲੌਕ ਕਰ ਦਿੱਤਾ, ਸਾਡੇ ਨਾਲ ਕੋਈ ਗੱਲ ਨਹੀਂ ਹੋਈ ਉਦੋਂ ਤੋਂ ਬਾਅਦ। ਇਹਦੀ ਮਾਂ ਨਾਲ ਜ਼ਰੂਰ ਘਰਦਿਆਂ ਦੀ 4 ਵਾਰੀ ਮੇਰੇ ਘਰ ਦੇ ਇਹਦੀ ਮਾਂ ਕੋਲ ਗਏ ਆ, 1 ਵਾਰੀ ਲਾਸਟ ਵਾਰੀ ਮੈਂ ਇਕੱਲਾ ਗਿਆ। ਉਹ ਇੱਥੇ ਕਿਸੇ ਥਰਡ ਪਰਸਨ ਨੂੰ ਉਹ ਕਹਿ ਰਹੀ ਭਈ ਇਹਨੂੰ, ਉਹ ਜਿਹੜਾ ਬੁੱਲਾ ਰਾਜਨ ਉਹ ਛੁੱਟੀ ਆਇਆ ਤੇ ਉਹਨੂੰ ਮੇਲੇ 'ਚ ਕਹਿੰਦੀ ਭਈ ਵਿਨੋਦ ਨੂੰ ਮੇਰਾ ਮੈਸੇਜ ਦਿਖਾ ਦੇ ਭਈ ਮੈਂ ਤੇਰੇ ਨਹੀਂ ਰਹਿਣਾ। ਉਹ ਮੁੰਡਾ ਵਿਨੋਦ ਨੇ ਆ ਕੇ ਮੈਨੂੰ ਦੱਸਿਆ ਵੀ ਸਾਹਿਬ ਇੱਦਾਂ ਉਹ ਕਹਿ ਰਹੀ ਹੈ ਮੇਲੇ 'ਚ ਸਾਰੇ ਬੰਦਿਆਂ ਦੇ ਸਾਹਮਣੇ। ਤੇ ਉਹ ਫਿਰ ਮੈਂ ਕਿਹਾ ਇੱਦਾਂ ਕਿੱਦਾਂ ਕਹਿ ਸਕਦੀ। ਮੈਂ ਇਹਦੀ ਮਾਂ ਕੋਲ ਗਿਆ, ਮਾਂ ਨੂੰ ਕਿਹਾ ਉਹ ਨੂੰਹ ਮੇਰੀ ਹੈ, ਮੈਨੂੰ ਫੋਨ ਕਰੇ ਜਾਂ ਮੇਰੇ ਮੁੰਡੇ ਨੂੰ ਮੈਸੇਜ ਕਰੇ। ਉਹ ਥਰਡ ਪਰਸਨ ਨੂੰ ਕਿੱਦਾਂ ਮੈਸੇਜ ਕਰਦੀ ਹੈ ਭਈ ਇਹਨੂੰ ਸ਼ੋਅ ਕਰਦੇ ਭਈ ਮੈਂ ਨਹੀਂ ਤੇਰੇ ਰਹਿਣਾ, ਆਹ ਮੈਸੇਜ ਹੈ। ਇਹਦੀ ਮਾਂ ਕਹਿੰਦੀ ਨਹੀਂ ਇੱਦਾਂ ਨਹੀਂ ਹੋ ਸਕਦਾ। ਫਿਰ ਮੇਰੇ ਸਾਹਮਣੇ ਇਹਦੀ ਮਾਂ ਨੇ ਉਹ ਬੁੱਲੇ ਨੂੰ, ਰਾਜਨ ਨੂੰ ਫੋਨ ਲਾਇਆ, ਉਹਦੇ ਕੋਲ ਨੰਬਰ ਹੈ ਸਾਰੇ, ਉਹਨੇ ਨੰਬਰ ਲਾਇਆ ਤੇ ਰਾਜਨ, ਫਿਰ ਮੈਂ ਰਾਜਨ ਨੂੰ ਕਿਹਾ ਝੂਠ ਨਾ ਬੋਲ, ਮੈਂ ਤੇਰੇ ਪਿੰਡ ਦਾ, ਤੂੰ ਸੱਚ ਦੱਸ ਇਹਨੂੰ, ਤੂੰ ਮੈਂ ਨਹੀਂ ਤਾਂ ਵਿਟਨੈਸ ਖੜੇ ਕਰਨੇ। ਫਿਰ ਉਹ ਕਹਿੰਦਾ ਉਹਨੇ ਮੈਨੂੰ ਮੈਸੇਜ ਕੀਤਾ ਵੀ ਵਿਨੋਦ ਨੂੰ ਦਿਖਾ ਦੇ, ਮੈਂ ਨਹੀਂ ਤੇਰੇ ਰਹਿਣਾ, ਮੈਂ ਤੇਰੇ ਨਾਲ ਤੇਰੇ ਕੋਲ ਤਲਾਕ ਲੈਣਾ। ਫਿਰ ਇਹਦੀ ਮਾਂ ਨੂੰ ਕਾਰਨ ਕੀ ਸੀਗਾ? ਕੋਈ ਇਹਨਾਂ ਦੇ ਆਪਸੀ ਵੀ ਕੋਈ ਸੀਗੀ ਗੱਲਬਾਤ ਹਸਬੈਂਡ ਵਾਈਫ ਦੀ ਦੋਨਾਂ, ਜਿਹੜੇ ਉਹਨੇ ਇਦਾਂ ਕਹਿਤਾ ਵੀ ਮੈਂ ਨਹੀਂ ਰਹਿਣਾ ਇਹਦੇ ਵਿਨੋਦ ਦੇ? ਉਹ ਹੁਣ ਪਤਾ ਨਹੀਂ ਇਹਦੀ ਮਾਂ ਦੀ ਸਕੀਮ ਹੋ ਗਈ ਵੀ ਤੂੰ ਵਿਆਹ 'ਚ ਨਹੀਂ ਆਈ, ਤੂੰ ਸੈਪਰੇਟ ਰਹਿਣ ਦੀ ਆ, ਭਈ ਹੁਣ ਤੂੰ ਤਲਾਕ ਲੈ ਲੈ, ਜਾਂ ਉੱਥੋਂ ਕੋਈ ਗਾਈਡ ਕਰਦਾ ਸੀ, ਇਹਦੇ ਬਾਰੇ ਸਾਨੂੰ ਨਹੀਂ ਪਤਾ। ਤੁਹਾਨੂੰ ਲੱਗਦਾ ਵੀ ਇਹ ਮਕਸਦ ਸੀ ਉਹਨਾਂ ਦਾ ਵੀ ਆ ਬਾਹਰ ਜਾਣਾ ਜਾਂ ਆਪਣੇ ਭਰਾ ਨੂੰ ਕੈਨੇਡਾ ਭੇਜਣਾ, ਪੈਸੇ ਲਵਾ ਲਏ ਨੇ ਤੁਹਾਡੇ ਤੋਂ, ਵੀ ਤੁਹਾਨੂੰ ਐਂ ਹੀ ਲੱਗ ਰਿਹਾ ਫਿਰ? ਹਾਂਜੀ ਹਾਂਜੀ ਸਰ, ਇਹ ਪ੍ਰੀ ਪਲਾਨਡ ਹੀ। ਅਸੀਂ ਫੌਜੀ ਬੰਦੇ ਸੀ, ਮੁੰਡਾ ਮੇਰਾ ਵੀ ਸਧਾਰਨ ਹੈ। ਅਸੀਂ ਸਾਡੇ ਮਨ 'ਚ ਨਹੀਂ ਵੀ ਇਸ ਵਾਰੀ ਇਹ, ਉੱਦਾਂ ਸਾਨੂੰ ਇਹਦੇ ਪਤਾ ਲੱਗ ਗਿਆ ਆਲਰੇਡੀ ਇਹਨਾਂ ਆਪਣੀਆਂ ਭੈਣਾਂ ਦੇ 3 ਤਲਾਕ ਅੰਮ੍ਰਿਤਸਰੋਂ ਲਏ ਆ, ਜਿਹਦੇ ਕੋਲ ਮੇਰੇ ਕੋਲ ਕਾਪੀਆਂ ਵੀ ਹੈ। ਔਰ ਇਹ ਛਾਤਰ ਜਨਾਨੀ ਮੈਨੂੰ ਪਿੰਡ ਨੇ ਬੋਲ ਦਿੱਤਾ ਸੀ ਵੀ ਸਾਹਿਬ ਤੁਸੀਂ ਗੰਦ 'ਚ ਫਸ ਗਏ ਹੋ, ਨਿਕਲ ਨਹੀਂ ਸਕਦੇ। ਲੇਕਿਨ ਮੈਂ ਕਿਹਾ ਚਲੋ ਮੈਂ ਵਿਸ਼ਵਾਸ ਰੱਖਦਾ ਸੀ ਆਪਣੀ ਵੀ ਮੇਰਾ 1 ਨੰਬਰ ਦਾ ਪੈਸਾ ਮੇਰੇ ਨਾਲ ਧੋਖਾ ਨਹੀਂ ਕਰ ਸਕਦੀ। ਉੱਥੇ ਹੁਣ ਹਿਨਾ ਸੈਪਰੇਟ ਰਹਿ ਰਹੀ ਹੈ, ਅਲੱਗ ਰਹਿ ਰਹੀ ਹੈ ਵਿਨੋਦ ਤੋਂ? ਹਾਂ, ਹਿੰਨਾ ਸੈਪਰੇਟ ਰਹਿ ਰਹੀ ਹੈ। ਉਹਦੀ ਕੇਸ ਦੀਆਂ ਤਰੀਕਾਂ ਚੱਲ ਰਹੀਆਂ, ਲਾਸਟ 29 ਨੂੰ ਤਰੀਕ ਉਹਦੀ ਪਈ ਸੀ, ਤੇ ਉਹਦੇ ਵਿੱਚ ਕਾਫੀ 8-9 ਘੰਟੇ ਉਹਨਾਂ ਦਾ ਡਿਸਕਸ਼ਨ ਚੱਲਿਆ, ਤੇ ਹੁਣ ਅੱਗੇ 14 ਨੂੰ ਹੈ। ਤੇ ਇੱਧਰ ਗੁਰਦਾਸਪੁਰ ਇਹਨੇ ਮੇਰੇ ਤੇ ਕੇਸ ਲਾਇਆ ਹਰਾਸਮੈਂਟ ਦਾ, ਉਹਦੀ 6 ਤਰੀਕ ਨੂੰ ਤਰੀਕ ਹੈ। ਤੇ ਮਾਨਯੋਗ SSP ਸਾਹਿਬ ਤੇ DA ਲੀਗਲ ਟਰਨਿੰਗ ਪਾਵਰ ਨੇ ਜਿਹੜਾ ਇਹਦੇ ਤੇ ਕੇਸ ਦਰਜ ਕਰਤਾ, ਮੈਨੂੰ ਬੜੀ ਖੁਸ਼ੀ ਹੈ। ਮੈਨੂੰ ਇੱਕ ਅਹਿਸਾਸ ਹੋਇਆ ਵੀ ਸ਼ਾਇਦ ਮੇਰੇ ਪੈਸੇ ਦਾ ਕੋਈ ਮੁੱਲ ਪਏਗਾ। ਤੇ ਉਹਦੇ ਤੋਂ ਪਹਿਲੇ ਵੀ ਅਸੀਂ ਬੈਸਟ ਉੱਥੇ ਪੁਰਤਗਾਲ ਐਮਬੈਸੀ ਨੂੰ ਇਹਦੇ ਅਗੇਂਸਟ ਚਿੱਠੀਆਂ ਪਾਈਆਂ, ਜਿਹੜਾ ਕਿ ਕਿੱਥੇ ਗਈ ਮੇਰੀ ਫਾਈਲ, ਆਹ ਪੁਰਤਗਾਲ ਐਮਬੈਸੀ ਦੇ ਵਿੱਚੋਂ ਆਇਆ ਇਹਦਾ ਕੇਸ ਵਾਪਸ। ਆ ਪੁਰਤਗਾਲ ਐਮਬੈਸੀ 'ਚੋਂ ਸਾਨੂੰ ਇਹ ਪੜ੍ਹਨੇ ਨਹੀਂ ਆਉਂਦੀ, ਇਹਦੀ ਲੈਂਗੁਏਜ ਟਰਾਂਸਲੇਟ ਕਰਾਈ ਹੈ। ਉਹਨਾਂ ਕਿਹਾ ਵੀ ਇਹਦੇ ਅੰਗੇਂਸਟ ਅਗਰ 420 ਕ੍ਰਿਮੀਨਲ ਸ਼ੋ ਹੋ ਜਾਂਦੀ ਹੈ ਤਾਂ ਤੁਸੀਂ ਐਮਬੈਸੀ ਨੂੰ ਫੋਨ ਕਰ ਦਿਓ, ਚਿੱਠੀ ਪਾ ਦਿਓ, ਔਰ ਅਸੀਂ ਇਹਨੂੰ ਬੁਲਾ ਕੇ ਤੁਹਾਡੇ ਹੈਂਡਓਵਰ ਕਰਾਂਗੇ ਇੱਥੋਂ ਪੁਰਤਗਾਲ ਦੇ ਵਿੱਚੋਂ। ਔਰ ਮੈਂ ਤੇ ਇਹ ਏਮ ਹੈ ਮੇਰਾ, ਇਹਦਾ ਮੁੰਡਾ ਔਰ ਇਹ ਕੁੜੀ ਮੈਂ ਇੱਥੇ ਇੰਡੀਆ ਬੁਲਾ ਕੇ ਛੱਡਣੇ ਆ। ਮੇਰਾ ਸਭ ਕੁਝ ਉੱਜੜ ਗਿਆ, ਲੇਕਿਨ ਮੈਂ ਇਹਨੂੰ ਛੱਡਦਾ ਨਹੀਂ ਹੁਣ, ਕਿਉਂਕਿ ਮੇਰਾ ਕੇਸ ਬਣ ਗਿਆ ਜੋ ਮੇਰਾ ਬਣਨਾ ਸੀ, ਜੋ ਮੈਨੂੰ ਚਾਹੀਦਾ ਸੀ। ਮੈਂ ਹਾਈ ਕੋਰਟ 'ਚ ਕੇਸ ਕੀਤਾ ਔਰ ਮੈਂ ਇਹ ਬੁਲਾ ਕੇ ਛੱਡਣੇ ਆ। ਮੁੰਡਾ ਕੈਨੇਡਾ 'ਚੋਂ ਇੱਥੇ ਔਰ ਕੁੜੀ ਪੁਰਤਗਾਲ ਤੋਂ ਇੱਥੇ, ਔਰ ਫਿਰ ਮੇਰਾ ਏਮ ਪੂਰਾ ਹੋਣਾ। ਮੈਨੂੰ ਕੋਈ ਮਤਲਬ ਨਹੀਂ, ਮੇਰਾ ਪੈਸਾ ਖਰਚ ਹੋ ਗਿਆ, ਕੋਈ ਗੱਲ ਨਹੀਂ। ਮੈਂ ਫੌਜੀ ਬੰਦਾ ਔਰ ਮੇਰੀ ਏਮ ਹੈ ਭਈ ਮੈਂ ਸਟੈਪ ਲੈ ਲਿਆ ਅਸੀਂ ਫੌਜੀ ਬੰਦਿਆਂ ਦੀ, ਭਈ ਪਿੱਛੇ ਨਹੀਂ ਹਟਣਾ, ਆਪਣੇ ਏਮ ਨੂੰ ਹਾਸਲ ਕਰਨਾ, ਔਰ ਮੇਰੇ ਕੋਲ ਪ੍ਰੂਫ ਹੈ। ਤਾਂ ਬਿਲਕੁਲ ਵੱਡੇ ਗੰਭੀਰ ਇਲਜ਼ਾਮ ਨੇ ਇਹਨਾਂ ਨੇ ਆਪਣੀ ਨੂੰਹ ਦੇ ਉੱਤੇ ਲਗਾਏ ਨੇ, ਹੀਨਾ ਦੇ ਉੱਤੇ ਔਰ ਉਸ ਦੇ ਜਿਹੜੇ ਮਾਤਾ ਨੇ ਉਹਨਾਂ ਦੇ ਉੱਤੇ। ਤਾਂ ਅਸੀਂ ਕੋਸ਼ਿਸ਼ ਕਰਾਂਗੇ
ਹੀਨਾ ਦਾ ਪੱਖ ਜਾਣਨ ਦੀ ਵੀ ਔਰ ਉਹਨਾਂ ਦੇ ਜਿਹੜੇ ਮਾਤਾ ਨੇ ਸੁਸ਼ਮਾ ਔਰ ਜਿਹੜੇ ਦੂਸਰੇ ਆਧਾਰ ਕਾਰਡ ਦੇ ਜਿਹੜੇ ਦੋ ਇਹ ਪ੍ਰੂਫ ਦੱਸ ਰਹੇ ਨੇ ਤ੍ਰਿਸ਼ਲਾ ਦੋ ਨਾਮ ਦੇ ਉੱਤੇ ਦੋ ਆਧਾਰ ਕਾਰਡ ਨੇ FIR ਦੇ ਵਿੱਚ ਵੀ ਇਹ ਗੱਲ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਲਿਖੀ ਗਈ ਹੈ। ਤਾਂ ਉਹਨਾਂ ਦਾ ਪੱਖ ਲੈਣਾ ਵੀ ਜ਼ਰੂਰੀ ਹੈ ਕਿਉਂਕਿ ਗੰਭੀਰ ਇਲਜ਼ਾਮ ਨੇ 38 ਲੱਖ ਰੁਪਏ ਤੋਂ ਲੈ ਕੇ 40 ਲੱਖ ਰੁਪਏ ਦੇ ਜਿੰਨੀ ਵੀ ਇਹ ਜਿਹੜੀ ਫਿਗਰ ਹੈ FIR ਦੇ ਵਿੱਚ ਦਰਜ ਹੈ ਉਸ ਮੁਤਾਬਕ ਗੰਭੀਰ ਇਲਜ਼ਾਮ ਨੇ ਵੀ ਇਹ ਸਾਰਾ ਕੁਝ ਬਾਹਰ ਜਾਣ ਵਾਸਤੇ ਆਪਣੇ ਭਰਾ ਨੂੰ ਵਿਦੇਸ਼ ਜਾਣ ਵਾਸਤੇ ਸਾਰੀ ਇਹ ਕਨਸਪੀਰੇਸੀ ਸੀਗੀ, ਸਾਰਾ ਇੱਕ ਛੜਯੰਤਰ ਸੀਗਾ ਰਚ ਕੇ ਕਿਉਂਕਿ ਇਹ ਪੈਨਸ਼ਨ ਆਏ ਤਾਂ ਇਹਨਾਂ ਦੇ ਕੋਲ ਪੈਸਾ ਸੀਗਾ ਤਾਂ ਇਸੇ ਚੀਜ਼ ਨੂੰ ਮੁੱਖ ਰੱਖ ਕੇ ਇਹਨਾਂ ਦਾ ਪੈਸਾ ਜਿਹੜਾ ਉਹ ਹੜੱਪਿਆ ਗਿਆ। ਇਸ ਤਰੀਕੇ ਦੇ ਗੰਭੀਰ ਇਲਜ਼ਾਮ ਬਲਕਾਰ ਸਿੰਘ ਹੋਰਾਂ ਵੱਲੋਂ ਆਪਣੀ ਨੂੰਹ ਹੀਨਾ ਅਤੇ ਆਪਣੀ ਕੁੜਮਣੀ ਦੇ ਉੱਤੇ ਲਗਾਏ ਨੇ। ਆਪਾਂ ਜਾਣਾਂਗੇ, ਕੋਸ਼ਿਸ਼ ਕਰਾਂਗੇ ਹੀਨਾ ਅਤੇ ਉਹਨਾਂ ਦੀ ਮਾਤਾ ਦਾ ਪੱਖ ਜਾਣਨ ਦੀ ਵੀ। ਤਾਂ ਤੁਸੀਂ ਬਲਕਾਰ ਸਿੰਘ ਹੋਰਾਂ ਤੋਂ ਸੁਣਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਫਰਾਡ ਦੇ ਇਲਜ਼ਾਮ, ਧੋਖਾਧੜੀ ਦੇ ਇਲਜ਼ਾਮ, 38 ਲੱਖ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ ਆਪਣੀ ਨੂੰਹ ਹੀਨਾ ਦੇ ਉੱਤੇ ਲਗਾਏ ਔਰ ਉਸ ਦੀ ਹੀਨਾ ਦੀ ਜਿਹੜੇ ਮਾਤਾ ਨੇ ਉਹਨਾਂ ਦੇ ਉੱਤੇ ਲਗਾਏ ਨੇ। ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ ਹੀਨਾ ਹੋਰਾਂ ਦੇ ਨਾਲ ਸੰਪਰਕ ਕਰਨ ਦੀ। ਹੀਨਾ ਦੇ ਮਦਰ ਦਾ ਨੰਬਰ ਸਾਨੂੰ ਮਿਲਿਆ ਤਾਂ ਉਸ ਨੰਬਰ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਕਾਲ ਕਰਕੇ ਉਹਨਾਂ ਦਾ ਪੱਖ ਲੈਣ ਦੀ। वह अभी स्विच्ड ऑफ है, कृपया कुछ समय पश्चात प्रयास करें। The number you are calling is currently ਤਾਂ switched off। ਇਹ ਨੰਬਰ ਸਾਨੂੰ ਬਲਕਾਰ ਸਿੰਘ ਹੋਰਾਂ ਤੋਂ ਮਿਲਿਆ ਸੀਗਾ ਜੋ ਹੀਨਾ ਦੇ ਮਦਰ ਦਾ ਦੱਸਿਆ ਜਾ ਰਿਹਾ ਉਹਨਾਂ ਦੇ ਮੁਤਾਬਕ ਔਰ ਇਸ ਨੰਬਰ ਦੇ ਉੱਤੇ ਅਸੀਂ ਕੋਸ਼ਿਸ਼ ਕਰਨੀ ਚਾਹੀ ਹੈ ਹੀਨਾ ਹੋਰਾਂ ਦੇ ਮਾਤਾ ਦੇ ਨਾਲ ਗੱਲਬਾਤ ਕਰਨ ਦੀ ਕਿਉਂਕਿ ਵੱਡੇ ਗੰਭੀਰ ਇਲਜ਼ਾਮ ਨੇ ਤਾਂ ਜ਼ਰੂਰੀ ਹੈ ਉਹਨਾਂ ਦਾ ਪੱਖ ਵੀ ਤੁਹਾਡੇ ਤੱਕ ਪਹੁੰਚਾਉਣਾ। ਤਾਂ ਜੇਕਰ ਹੀਨਾ ਇਸ ਵੀਡੀਓ ਨੂੰ ਦੇਖ ਰਹੇ ਨੇ ਜਾਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਨੇ ਤਾਂ ਸਾਡਾ ਪਲੇਟਫਾਰਮ ਹੀਨਾ ਦੇ ਲਈ ਵੀ ਉਪਲਬਧ ਹੈ ਔਰ ਉਹਨਾਂ ਦੇ ਮਦਰ ਦੇ ਲਈ ਵੀ ਅਵੇਲੇਬਲ ਹੈ। ਉਹ ਸਾਡੇ ਨਾਲ 98 782 83 334 ਦੇ ਉੱਤੇ ਸੰਪਰਕ ਕਰ ਸਕਦੇ ਨੇ। ਇਸ ਤੋਂ ਇਲਾਵਾ ਉਹ ਸਾਡੇ ਕੈਨੇਡਾ ਆਫਿਸ ਦੇ ਵਿੱਚ ਵੀ ਸੰਪਰਕ ਕਰ ਸਕਦੇ ਨੇ ਆਪਣਾ ਪੱਖ ਰੱਖਣ ਦੇ ਲਈ ਕਿਉਂਕਿ ਵੱਡੇ ਗੰਭੀਰ ਇਲਜ਼ਾਮ ਨੇ। ਕੈਨੇਡਾ ਦਾ ਨੰਬਰ ਨੋਟ ਕਰ ਲਓ 0014 16 433 6342 ਔਰ ਇੱਕ ਵਾਰ ਫਿਰ ਮੈਂ ਆਪਣਾ ਨੰਬਰ ਵੀ ਬੋਲ ਦਿੰਦਾ ਹੈ 98 782 83 334 ਦੇ ਉੱਤੇ ਸਾਡੇ ਨਾਲ ਰਾਬਤਾ ਕਰ ਸਕਦੇ ਨੇ ਔਰ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਦਾ ਜਿਹੜਾ ਪੱਖ ਉਹ ਵੀ ਲੋਕਾਂ ਤੱਕ ਪਹੁੰਚਾਇਆ ਜਾਵੇ। ਹਾਲਾਂਕਿ ਹੀਨਾ ਨੇ ਉਹ ਪੁਰਤਗਾਲ ਰਹਿ ਰਹੇ ਨੇ। ਜੇਕਰ ਉਹ ਸਕਾਈਪ ਦੇ ਮਾਧਿਅਮ ਦੇ ਨਾਲ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਨੇ, ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤਾਂ ਇਹ ਪਲੇਟਫਾਰਮ ਹਮਦਰਦ ਮੀਡੀਆ ਦਾ ਉਹਨਾਂ ਦੇ ਲਈ ਵੀ ਅਵੇਲੇਬਲ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਵੱਡੇ ਗੰਭੀਰ ਇਲਜ਼ਾਮ ਹੀਨਾ ਔਰ ਉਹਨਾਂ ਦੀ ਮਾਤਾ ਦੇ ਉੱਤੇ ਲੱਗੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ 420 IPC ਦੀ ਧਾਰਾ 419 406 120 ਲਗਾ ਕੇ ਵੱਖ-ਵੱਖ ਧਾਰਾਵਾਂ ਦੇ ਤਹਿਤ ਹੀਨਾ ਅਤੇ ਉਹਨਾਂ ਦੇ ਮਾਤਾ ਦੇ ਉੱਤੇ ਮਾਮਲਾ ਦਰਜ ਕਰ ਰਿਹਾ। ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਕਾਰਵਾਈ ਪੁਲਿਸ ਕਰਦੀ ਹੈ, ਕਦੋਂ ਗ੍ਰਿਫਤਾਰੀ ਹੁੰਦੀ ਹੈ ਜਾਂ ਉਹਨਾਂ ਨੂੰ ਬੇਲ ਮਿਲਦੀ ਹੈ, ਇਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਮਾਖਾ।